ਮੈਂ ਮਨਵੀਰ ਕੌਰ ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਸਵਾਗਤ ਕਰਦੀ ਹਾਂ। ਪੰਜਾਬ ਦੇ ਵਿੱਚ ਇੱਕ ਖਬਰ ਨਸ਼ਰ ਹੋਈ ਜਿਸ ਤੋਂ ਬਾਅਦ ਇਹ ਚਰਚਾਵਾਂ ਦਾ ਸਿਲਸਿਲਾ ਸੀ ਖੇਤੀਬਾੜੀ ਦੇ ਉੱਤੇ, ਖਾਸ ਤੌਰ ਤੇ ਖੇਤੀਬਾੜੀ ਦੀ ਪਾਲਿਸੀ ਮੇਕਿੰਗ ਜਿਹੜੀ ਆ ਉਹਦੇ ਤੇ ਸ਼ੁਰੂ ਕੀਤਾ। ਖਬਰ ਇਹ ਸੀ ਕਿ ਪੰਜਾਬ ਸਰਕਾਰ ਨੇ ਇੱਕ ਅਮਰੀਕਨ ਕੰਪਨੀ ਨੂੰ ਹਾਇਰ ਕੀਤਾ ਤਾਂ ਉਸ ਤੋਂ ਬਾਅਦ ਉਹ ਸਮਝ ਨਹੀਂ ਆਈ ਬੇਸਿਕਲੀ ਕਿ ਇਦਾਂ ਕਿਉਂ, ਕੀ ਜ਼ਰੂਰਤ ਪੈ ਗਈ, ਕਿਉਂਕਿ ਪੰਜਾਬ ਤਾਂ ਖੁਦ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ। ਤਾਂ ਫਿਰ ਵੀ ਸਾਡੇ ਕੋਲ ਖੇਤੀਬਾੜੀ ਦੇ ਮਾਹਿਰ ਹੋਣ ਦੇ ਬਾਵਜੂਦ ਵੀ ਅਮਰੀਕਨ ਕੰਪਨੀ ਨਾਲ ਪੰਜਾਬ ਸਰਕਾਰ ਠੇਕਾ ਕਿਉਂ ਕਰੇਗੀ। ਸੋ ਇਹੀ ਚਰਚਾ ਜਿਹੜੀ ਆ ਉਹਦੇ ਵਿੱਚ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਗੱਲ ਕਰਾਂਗੇ ਕਿ ਜਦੋਂ ਪ੍ਰਾਈਵੇਟ ਕੰਪਨੀਆਂ ਪੰਜਾਬ ਸਰਕਾਰ ਨੂੰ ਸਲਾਹ ਦਿੰਦੀਆਂ ਨੇ ਤਾਂ ਇਹ ਵਾਲਾ ਤਜਰਬਾ ਪਾਸਟ ਦੇ ਵਿੱਚ ਕਿੰਨਾ ਸਕਸੈਸਫੁਲ ਰਿਹਾ, ਕੀ ਇਹਦੇ ਵਿੱਚੋਂ ਅਸੀਂ ਖੱਟਿਆ, ਕਿਉਂਕਿ ਪੈਪਸੀ ਵਰਗੀਆਂ ਕੰਪਨੀਆਂ ਵੀ ਪੰਜਾਬ ਦੇ ਵਿੱਚ ਆਈਆਂ ਨੇ। ਨਾਲ ਹੀ ਗੱਲ ਕਰਾਂਗੇ ਕਿ ਜਿਹੜੀ ਫਸਲੀ ਵਿਭਿੰਨਤਾ ਆ ਔਰ ਇਹਦੇ ਤੇ ਜਿਹੜੀ ਪਾਲਿਸੀ ਬਣ ਰਹੀ ਆ ਇਹਦੇ ਤੋਂ ਸਾਨੂੰ ਕੀ ਐਕਸਪੈਕਟ ਕਰਨਾ ਚਾਹੀਦਾ ਹੈਗਾ। ਬਹੁਤ ਪ੍ਰਮੁੱਖ ਸਵਾਲ ਪੁੱਛਾਂਗੇ ਕਿ ਕੀ ਅੱਜ ਤੱਕ ਜਿਹੜੀ ਪੰਜਾਬ ਦੀ ਖੇਤੀ ਸੀ ਉਹ ਬਿਨਾਂ ਪਾਲਿਸੀ ਤੋਂ ਹੀ ਹੁੰਦੀ ਆ ਰਹੀ ਸੀ। ਸੋ ਇਸ ਸਭ ਤੇ ਚਰਚਾ ਕਰਨ ਲਈ ਅੱਜ ਮੇਰੇ ਨਾਲ ਨੇ ਸਰਦਾਰ ਸੁੱਚਾ ਸਿੰਘ ਗਿੱਲ। ਸਰਦਾਰ ਸੁੱਚਾ ਸਿੰਘ ਗਿੱਲ ਇੱਕ ਅਰਥ ਸ਼ਾਸਤਰੀ ਨੇ, ਭਾਰਤ ਪੱਧਰ ਤੇ ਔਰ ਪੰਜਾਬ ਦੇ ਵਿੱਚ ਬਹੁਤ ਪ੍ਰਮੁੱਖ ਅਹੁਦੇ ਜਿਵੇਂ ਕਿ ਰੈਵਨਿਊ ਕਮਿਸ਼ਨ ਦੇ ਵਿੱਚ, ਜਿਵੇਂ ਕਿ ਪੰਜਾਬ ਦੇ ਪਬਲਿਕ ਸਰਵਿਸ ਬੋਰਡ ਦੇ ਵਿੱਚ ਵੀ ਮੈਂਬਰ ਰਹੇ ਨੇ ਔਰ ਬਹੁਤ ਵੱਡੇ ਯੋਗਦਾਨ ਆਪਣੀ ਨੌਲੇਜ ਦੇ ਥਰੂ, ਆਪਣੇ ਇੰਟੈਲੈਕਟ ਦੇ ਥਰੂ ਪਾ ਚੁੱਕੇ ਨੇ। ਉਹਨਾਂ ਦੀਆਂ ਸੇਵਾਵਾਂ ਪੰਜਾਬ ਸਰਕਾਰ ਸਮੇਂ ਤੋਂ ਸਮੇਂ ਲੈਂਦੀਆਂ ਰਹੀਆਂ ਨੇ। ਮੈਂ ਸਰ ਨੂੰ ਸ਼ਾਮਿਲ ਕਰਦੇ ਹੋਏ ਸਵਾਗਤ ਕਰਦੀ ਹਾਂ। ਸਰ ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਜੁਆਇਨ ਕੀਤਾ। ਸਰ ਧੰਨਵਾਦ ਮਨਵੀਰ, ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਤਾਂ ਕਿ ਮੈਂ ਜਿਹੜੀ ਤੁਹਾਡੀ ਆਡੀਅנס ਆ ਉਹਦੇ ਨਾਲ ਕੁਝ ਗੱਲਬਾਤ ਕਰ ਸਕਾਂ। ਸਰ ਅਸੀਂ 2 ਐਪੀਸੋਡ ਪਹਿਲਾਂ ਵੀ ਇਸੇ ਵਿਸ਼ੇ ਤੇ ਕੀਤੇ ਨੇ ਔਰ ਤੁਹਾਡੀ ਸਲਾਹ ਲੈਣੀ, ਤੁਹਾਡਾ ਐਕਸਪੀਰੀਅੰਸ ਜਾਣਨ ਦੇ ਲਈ ਅਸੀਂ ਅੱਜ ਤੁਹਾਡੇ ਕੋਲੇ ਬੇਨਤੀ ਕੀਤੀ ਸੀ। ਸਰ ਮੈਂ ਸਵਾਲ ਤੁਹਾਡੇ ਵੱਲ ਪਹਿਲਾਂ ਲੈ ਕੇ ਆ ਰਹੀ ਹਾਂ ਕਿ ਸਾਡੇ ਲਈ ਇਹ ਖਬਰ ਸੁਣ ਕੇ ਥੋੜੀ ਹੈਰਾਨੀ ਹੁੰਦੀ ਹੈ ਕਿ ਇੱਕ ਪ੍ਰਾਈਵੇਟ ਫਰਮ ਤੋਂ ਪੰਜਾਬ ਸਰਕਾਰ ਸਲਾਹ ਮੰਗਦੀ ਹੈ ਕਿ ਸਾਨੂੰ ਸਲਾਹ ਦੇਗੀ ਇਹ ਕੰਸਲਟੈਂਸੀ ਗਰੁੱਪ ਜਿਹਦਾ ਨਾਮ ਬੋਸਟਨ ਕੰਸਲਟੈਂਸੀ ਗਰੁੱਪ ਹੈ ਕਿ ਪੰਜਾਬ ਦੇ ਵਿੱਚ ਝੋਨੇ ਤੇ ਕਣਕ ਦੇ ਸਾਈਕਲ ਚੋਂ ਕਿਵੇਂ ਨਿਕਲਣਾ ਹੈ ਤੇ ਪਰਾਲੀ ਦੀ ਮੈਨੇਜਮੈਂਟ ਕਿਵੇਂ ਕਰਨੀ ਹੈ। ਉਹ ਅਮਰੀਕਾ ਦੀ ਕੰਪਨੀ ਇਹਨਾਂ ਨੂੰ ਸਲਾਹ ਦੇਗੀ। ਸਰ ਇਹ ਕੀ ਚੱਕਰ ਪੈ ਗਿਆ ਜੀ ਪੰਜਾਬ ਸਰਕਾਰ ਨੂੰ ਇੱਕ ਅਮਰੀਕਨ ਕੰਪਨੀ ਤੋਂ? ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿ ਕਿਉਂ ਲੋੜ ਪਈ ਠੇਕਾ ਲੈਣ ਦੀ? ਉਹਨਾਂ ਨੂੰ ਬਕਾਇਦਾ ਤੌਰ ਤੇ ਟੈਂਡਰ ਕੱਢ ਕੇ ਇਨਵਾਈਟ ਕੀਤਾ ਗਿਆ ਔਰ ਇੱਕ ਕੰਪਨੀ ਪੰਜਾਬ ਸਰਕਾਰ ਨੂੰ ਮਿਲੀ। ਸਰ ਕਿਉਂ? ਮਨਵੀਰ, ਜੇ ਤੁਸੀਂ ਹਿੰਦੁਸਤਾਨ ਦੀ ਪਾਲਿਸੀ ਮੇਕਿੰਗ ਜਿਹੜੀ ਹੈ ਜਾਂ ਪੰਜਾਬ ਸਰਕਾਰ ਦੀ ਪਾਲਿਸੀ ਮੇਕਿੰਗ ਹੈ ਉਹਦਾ ਥੋੜ੍ਹਾ ਜਿਹਾ ਇਤਿਹਾਸ ਦੇਖੀਏ ਤਾਂ ਪਹਿਲਾਂ ਜਿੰਨੇ ਵੀ ਐਕਸਪਰਟ ਨੇ ਉਹ ਜਾਂ ਤਾਂ ਯੂਨੀਵਰਸਿਟੀਆਂ 'ਚੋਂ ਲਏ ਜਾਂਦੇ ਸੀਗੇ ਜਾਂ ਰਿਸਰਚ ਜਿਹੜੀਆਂ ਖੋਜ ਸੰਸਥਾਵਾਂ ਨੇ ਸੋਸ਼ਲ ਸਾਇੰਸ ਦੀਆਂ ਉਹਨਾਂ 'ਚੋਂ ਲਏ ਜਾਂਦੇ ਸੀਗੇ। ਇਹ ਵਰਤਾਰਾ ਸੰਨ 2002-3 ਤੱਕ ਚੱਲਦਾ ਰਿਹਾ ਕਿ ਜਿਵੇਂ ਪਲਾਨਿੰਗ ਕਮਿਸ਼ਨ ਸੀਗਾ ਸੈਂਟਰ ਦੇ ਵਿੱਚ ਜਾਂ ਸਟੇਟ ਦੇ ਵਿੱਚ ਪੰਜਾਬ ਸਟੇਟ ਪਲਾਨਿੰਗ ਬੋਰਡ ਸੀਗੇ, ਇਹਦੇ ਮੈਂਬਰ ਆਮ ਤੌਰ ਤੇ ਅਕਾਦਮਿਕ ਸੰਸਥਾਵਾਂ ਤੋਂ ਲਏ ਜਾਂਦੇ ਸੀਗੇ ਤੇ ਇਹ ਬੰਦੇ ਜਿਹੜੇ ਸੀਗੇ ਇਹ ਕਿਸੇ ਵੀ ਇੰਟਰਸਟ ਗਰੁੱਪ, ਖਾਸ ਕਰਕੇ ਕਾਰਪੋਰੇਟ ਸੈਕਟਰ ਜਾਂ ਕਿਸੇ ਹੋਰ ਨਾਲ ਇਹਨਾਂ ਦੀ ਸਿੰਪਥੀ ਨਹੀਂ ਸੀ ਹੁੰਦੀ। ਇਹ ਆਪਣਾ ਐਨਾਲਿਸਿਸ ਕਰਕੇ ਆਪਣੀ ਸਮਝ ਦੇ ਨਾਲ ਸੁਸਾਇਟੀ ਦੀ ਬਿਹਤਰੀ ਵਾਸਤੇ ਸਰਕਾਰ ਨੂੰ ਜਿਹੜੀਆਂ ਸਿਫਾਰਿਸ਼ਾਂ ਕਰਦੇ ਸੀ, ਸਰਕਾਰ ਨੂੰ ਐਡਵਾਈਸ ਦਿੰਦੇ ਸੀਗੇ। ਲੇਕਿਨ 2002-3 ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਇੱਕ ਵਰਤਾਰਾ ਚੱਲਿਆ ਔਰ ਇਹ ਵਰਤਾਰਾ ਦੁਨੀਆ ਦੇ ਵਰਤਾਰੇ ਦਾ ਪਾਰਟ ਹੈ ਕਿ ਦੁਨੀਆ ਦੇ ਵਿੱਚ ਕੰਸਲਟੈਂਸੀ ਗਰੁੱਪ ਜਿਹੜੇ ਨੇ ਉਹ ਪੈਦਾ ਹੋ ਗਏ ਔਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਯੂਨੀਵਰਸਿਟੀਆਂ ਦੇ ਵਿੱਚੋਂ ਜਾਂ ਅਕਾਦਮਿਕ ਅਦਾਰਿਆਂ ਦੇ ਵਿੱਚੋਂ ਜਾਂ ਰਿਸਰਚ ਇੰਸਟੀਚਿਊਟ ਦੇ ਵਿੱਚੋਂ ਨੁਮਾਇੰਦੇ ਸਲਾਹ ਵਾਸਤੇ ਲੈਣ ਦੀ ਬਜਾਏ ਇਹਨਾਂ ਕੰਸਲਟੈਂਸੀ ਸਰਵਿਸਿਜ਼ ਜਿਹੜੀਆਂ ਨੇ ਇਹਨਾਂ ਵੱਲ ਸ਼ੁਰੂ ਕੀਤਾ ਕੰਮ। ਮਤਲਬ ਇਹ ਹੈ ਕਿ ਜਿਹੜਾ ਸਰਕਾਰਾਂ ਦਾ ਵਿਸ਼ਵਾਸ ਹੈ ਉਹ ਅਕਾਦਮਿਕ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਜਿਹੜੇ ਬੁੱਧੀਜੀਵੀ ਨੇ ਜਾਂ ਰਿਸਰਚ ਸੰਸਥਾਵਾਂ ਦੇ ਵਿੱਚ ਬੁੱਧੀਜੀਵੀ ਕੰਮ ਕਰਦੇ ਨੇ ਉਹਨਾਂ ਤੋਂ ਵਿਸ਼ਵਾਸ ਹਟ ਕੇ ਜਿਹੜੀਆਂ ਇੱਦਾਂ ਦੀਆਂ ਪ੍ਰਾਈਵੇਟ ਕੰਸਲਟੈਂਟ ਕੰਪਨੀਆਂ ਨੇ ਉਹਨਾਂ ਵੱਲ ਨੂੰ ਮੂਵ ਕਰਨਾ ਸ਼ੁਰੂ ਕੀਤਾ। ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ 2003-4 ਦੇ ਵਿੱਚ ਇੱਕ ਬੜੀ ਮਸ਼ਹੂਰ ਕੰਸਲਟੈਂਸੀ ਸਰਵਿਸ ਨੇ ਸਾਨੂੰ, ਜਿਹੜੇ ਸਾਡੇ ਬਿਜਲੀ ਬੋਰਡ ਨੇ, ਉਹਨਾਂ 'ਚ ਸਲਾਹ ਦਿੱਤੀ। ਉਹਨਾਂ ਦਾ ਨਾਂ ਸੀ ਹਲਦੀਆ ਕਮੇਟੀ। ਹਲਦੀਆ ਕਮੇਟੀ ਉਹ ਸੀ ਜਿਨ੍ਹਾਂ ਨੇ ਸਾਰੇ ਸੂਬਿਆਂ ਦੇ ਜਿਹੜੇ ਬੋਰਡ ਨੇ, ਬਿਜਲੀ ਬੋਰਡ ਨੇ, ਉਹਨਾਂ ਨੂੰ ਤੋੜ ਕੇ ਕਾਰਪੋਰੇਸ਼ਨਾਂ ਦੇ ਵਿੱਚ ਬਦਲਣ ਦੀ ਸਿਫਾਰਿਸ਼ ਕੀਤੀ ਤੇ ਨਾਲ ਹੀ ਇਹ ਸਿਫਾਰਿਸ਼ ਕੀਤੀ ਕਿ ਇਹਨਾਂ ਦਾ ਨਿੱਜੀਕਰਨ ਕਰ ਦਿੱਤਾ ਜਾਵੇ। ਜਿਹੜਾ ਕਿ ਹੁਣ ਬਿਜਲੀ ਪੈਂਡਿੰਗ ਬਿੱਲ ਹੈ ਸੈਂਟਰ ਗਵਰਨਮੈਂਟ ਦੇ ਵਿੱਚ, ਉਹਦਾ ਆਧਾਰ ਵੀ ਇਹੀ ਹੈ। ਲੇਕਿਨ
ਮਹਾਰਾਸ਼ਟਰ ਦੇ ਵਿੱਚ ਇੱਕ ਅੰਤਰਰਾਸ਼ਟਰੀ ਕੰਪਨੀ ਜਿਹੜੀ ਬਿਜਲੀ ਨਾਲ ਸੰਬੰਧਿਤ ਸੀ, ਐਨਰੋਨ ਕਰਕੇ ਉਹਦਾ ਬਹੁਤ ਵੱਡਾ ਸਕੈਂਡਲ ਹੋਇਆ। ਉਹਨਾਂ ਨੇ ਆਪਣੇ ਜਿਹੜੇ ਅਨੁਮਾਨ ਸੀਗੇ ਉਹ ਡਬਲ ਖਰਚਾ ਦਿਖਾ ਕੇ ਤੇ ਸਰਕਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ, ਤੇ ਜਦੋਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਪਰਦਾ ਫਾਸ਼ ਕਰ ਦਿੱਤਾ ਤੇ ਉਹ ਕੰਪਨੀ ਨੂੰ ਆਪਣਾ ਬਿਜ਼ਨਸ ਬੰਦ ਕਰਕੇ ਐਨਰੋਨ ਨੂੰ ਜਾਣਾ ਪਿਆ। ਦੂਸਰਾ ਇਹਦਾ ਤਜਰਬਾ ਇਹ ਨਿਕਲਿਆ ਕਿ ਇਹਨਾਂ ਨੇ ਜਦੋਂ ਤੋੜ ਕੇ ਬੋਰਡ ਜਿਹੜੇ ਨੇ, ਬਿਜਲੀ ਬੋਰਡ ਜਿਹੜੇ ਆ, ਉਹਨਾਂ ਨੂੰ 3 ਕਾਰਪੋਰੇਸ਼ਨਾਂ 'ਚ ਵੰਡਣ ਦੀ ਕੋਸ਼ਿਸ਼ ਕੀਤੀ। ਇੱਕ ਸੀ ਜਿਹੜੀ ਡਿਸਟ੍ਰੀਬਿਊਸ਼ਨ ਦਾ ਕੰਮ ਕਰੇਗੀ ਕਾਰਪੋਰੇਸ਼ਨ, ਦੂਜੀ ਜਿਹੜੀ ਸੀ ਜਨਰੇਸ਼ਨ ਦਾ, ਪਾਵਰ ਜਿਹੜੀ ਆ ਪੈਦਾ ਕਰਨ ਦਾ ਕੰਮ ਕਰੇਗੀ, ਤੀਜੀ ਕਾਰਪੋਰੇਸ਼ਨ ਜਿਹੜੀ ਆ ਉਹ ਟਰਾਂਸਮਿਸ਼ਨ ਦਾ ਕੰਮ ਕਰੇਗੀ। ਸੋ ਬੋਰਡ ਨੂੰ 3 ਹਿੱਸਿਆਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਤੇ ਦੇਖਣ 'ਚ ਆਇਆ ਕਿ ਜਿਹੜੇ ਪ੍ਰਾਈਵੇਟ ਸੈਕਟਰ ਨੇ ਉਹ ਬਿਜਲੀ ਦੀ ਜਨਰੇਸ਼ਨ ਵਾਸਤੇ ਤਾਂ ਖਰਚਾ ਲੈਣ ਨੂੰ ਤਿਆਰ ਨੇ, ਤੇ ਟਰਾਂਸਫਰ ਜਿਹੜੀ ਬਿਜਲੀ ਦੀ ਟਰਾਂਸਪੋਰਟੇਸ਼ਨ ਹੈ, ਟਰਾਂਸਮਿਸ਼ਨ ਹੈ, ਉਹਦੇ 'ਚ ਉਹਨਾਂ ਦਾ ਘੱਟ ਰੋਲ ਹੈ। ਤੇ ਜਿਹੜਾ ਡਿਸਟ੍ਰੀਬਿਊਸ਼ਨ ਵਾਲਾ ਕੰਮ ਹੈ, ਜਿਹਦੇ 'ਚ ਲੋਕਾਂ ਨੂੰ ਬਿੱਲਾਂ ਦੀ ਅਦਾਇਗੀ ਕਰਨੀ ਆ, ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ, ਭਾਵੇਂ ਟੈਂਡਰ ਵੀ ਫਲੋਟ ਕੀਤੇ ਗਏ। ਸੋ ਇਹ ਜਿਹੜੀਆਂ ਕੰਸਲਟੈਂਸੀ ਗਰੁੱਪ ਨੇ, ਇਹਨਾਂ ਬਾਰੇ ਸਮਝਣ ਦੀ ਜ਼ਰੂਰਤ ਆ ਕਿ ਇਹਨਾਂ ਦੀ ਸਮਝ ਇਹ ਆ ਕਿ ਸਰਕਾਰਾਂ ਨੂੰ ਜਾਂ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਸਲਾਹ ਦੇ ਕੇ ਕਿਵੇਂ ਮੁਨਾਫੇ ਵਧਾਏ ਜਾ ਸਕਦੇ ਨੇ। ਇਹੀ ਜਿਹੜਾ ਉਦੇਸ਼ ਹੈ ਉਹ ਕਾਰਪੋਰੇਟ ਸੈਕਟਰ ਦਾ। ਤੇ ਇਸ ਕਰਕੇ ਜਿਹੜੀਆਂ ਕੰਸਲਟੈਂਸੀ ਕੰਪਨੀਆਂ ਨੇ ਤੇ ਪ੍ਰਾਈਵੇਟ ਕਾਰਪੋਰੇਟ ਕੰਪਨੀਆਂ ਨੇ, ਉਹ ਇੱਕ ਦੂਜੇ ਦੀਆਂ ਪੂਰਕ ਨੇ। ਇਸੇ ਕਰਕੇ ਹਿੰਦੁਸਤਾਨ ਦੇ ਵਿੱਚ ਵੀ ਬੜੇ ਇੰਡਸਟਰੀਅਲ ਹਾਊਸਸ ਨੇ ਇਸ ਤਰ੍ਹਾਂ ਦੇ ਜਿਹੜੇ ਥਿੰਕ ਟੈਂਕ ਪੈਦਾ ਕੀਤੇ ਨੇ, ਜਿਵੇਂ ਅਬਜ਼ਰਵਰ ਫਾਊਂਡੇਸ਼ਨ ਆਫ ਇੰਡੀਆ, ਜਿਸ 'ਚ ਬਹੁਤ ਸਾਰੇ ਪੱਤਰਕਾਰ ਵੀ ਲਿਖਦੇ ਨੇ, ਉੱਥੋਂ ਦੇ ਬੁੱਧੀਜੀਵੀ ਅਖਬਾਰਾਂ 'ਚ ਲੇਖ ਵੀ ਲਿਖਦੇ ਨੇ। ਇਹ ਜਿਹੜੀ ਸਾਡੀ ਸਭ ਤੋਂ ਵੱਡੀ ਅੱਜ ਕੱਲ੍ਹ ਕੰਪਨੀ ਹੈ ਭਾਰਤ ਦੇ ਵਿੱਚ, ਮੁਕੇਸ਼ ਅੰਬਾਨੀ ਦੀ, ਉਹਨਾਂ ਵੱਲੋਂ ਫੰਡਡ ਆਰਗੇਨਾਈਜੇਸ਼ਨ ਹੈ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕੰਸਲਟੈਂਸੀ ਸਰਵਿਸਿਜ਼ ਪੈਦਾ ਹੋ ਗਈਆਂ ਨੇ, ਤੇ ਇਹਨਾਂ ਦਾ ਕੰਮ ਇਹ ਆ ਕਿ ਸਰਕਾਰਾਂ ਨੂੰ ਤੇ ਪ੍ਰਾਈਵੇਟ ਸੈਕਟਰ ਨੂੰ ਐਡਵਾਈਸ ਕਰਕੇ ਉਹਨਾਂ ਦੇ ਮੁਨਾਫੇ ਕਿਵੇਂ ਵਧਾਏ ਜਾਣ। ਇਹਨਾਂ ਦੇ ਏਜੰਡੇ ਦੇ ਵਿੱਚ ਇਹ ਨਹੀਂ ਹੈ ਕਿ ਸਮਾਜ ਦੇ ਭਲੇ ਵਾਸਤੇ ਕੀ ਕਰਨਾ ਤੇ ਬਹੁਤੇ ਸਾਰੇ ਲੋਕਾਂ ਦਾ ਭਲਾ ਕਿਵੇਂ ਕਰਨਾ ਹੈਗਾ। ਕਿਉਂਕਿ ਜਿਹੜਾ ਵਿਕਾਸ ਹੈ ਉਹਦਾ ਜਦੋਂ ਉਹਦਾ ਭਾਰ ਹੈ ਉਹ ਸਾਰੀ ਪਾਪੂਲੇਸ਼ਨ ਤੇ ਪੈਂਦਾ ਹੈਗਾ। ਟੈਕਸ ਕਿੱਦਾਂ ਇਕੱਠੇ ਕਰਨੇ ਆ, ਜਾਂ ਨਿਵੇਸ਼ ਕਿਵੇਂ ਕਰਨਾ ਹੈਗਾ, ਰੁਜ਼ਗਾਰ ਦੇ ਮੌਕੇ ਕਿਵੇਂ ਪੈਦਾ ਕਰਨੇ ਆ। ਲੇਕਿਨ ਜੇ ਸਿਰਫ ਇਹੀ ਧਿਆਨ ਵਿੱਚ ਹੋਵੇ ਕਿ ਉਹਦੇ ਤੋਂ ਪ੍ਰੋਫਿਟ ਮੁਨਾਫਾ ਕਿਵੇਂ ਕਮਾਉਣਾ, ਤਾਂ ਉਹ ਫਿਰ ਆਮ ਲੋਕਾਂ ਦੇ ਇੰਟਰਸਟ ਵਾਸਤੇ ਆਪਰੇਟ ਨਹੀਂ ਕਰਦੇ। ਹੁਣ ਆਉਂਦੇ ਆ ਪੰਜਾਬ ਦੇ ਵਿੱਚ ਜਿਹੜੀ ਬੋਸਟਨ ਕੰਸਲਟੈਂਸੀ ਗਰੁੱਪ, ਸਰ ਤੁਹਾਨੂੰ ਕੀ ਲੱਗਦਾ ਵੀ ਕੀ ਫਾਇਦਾ ਦੇ ਸਕਦੇ ਆ ਪੰਜਾਬ ਨੂੰ, ਇਹਦੇ ਚੋਂ ਕੀ ਪ੍ਰੋਫਿਟ ਮਿਲ ਸਕਦਾ, ਕੀ ਲਾਭ ਮਿਲ ਸਕਦਾ? ਇਹ ਆ ਕਿ ਕਿਉਂਕਿ ਪ੍ਰਾਈਵੇਟ ਕਾਰਪੋਰੇਟ ਸੈਕਟਰ ਦੇ ਨਾਲ 2 ਵਾਰੀ ਪੰਜਾਬ ਗਵਰਨਮੈਂਟ ਦੇ ਵਿੱਚ ਕੋਸ਼ਿਸ਼ ਹੋਈ ਕਿ ਪ੍ਰਾਈਵੇਟ ਸੈਕਟਰ ਨੂੰ ਅੰਗੇਜ ਕਰਕੇ, ਪ੍ਰਾਈਵੇਟ ਵੱਡੀਆਂ ਕੰਪਨੀਆਂ ਨੂੰ ਅੰਗੇਜ ਕਰਕੇ ਖੇਤੀ ਵਿਭਿੰਨਤਾ ਲਿਆਂਦੀ ਜਾਵੇ, ਤੇ ਦੋਵੇਂ ਵਾਰੀ ਇਹ ਤਜਰਬਾ ਫੇਲ ਹੋ ਗਿਆ। ਪਹਿਲਾਂ ਪੈਪਸੀ ਦੇ ਨਾਲ ਕੋਸ਼ਿਸ਼ ਕੀਤੀ ਗਈ 1988 ਦੇ ਵਿੱਚ, ਤੋਂ 95-96 ਤੱਕ ਚੱਲਿਆ ਤੇ ਅਲਟੀਮੇਟਲੀ ਉਹ ਖਤਮ ਹੋ ਗਿਆ, ਕੋਈ ਫਾਇਦਾ ਨਹੀਂ ਹੋਇਆ। ਫਿਰ 2002-03 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਇੱਕ ਗਰੁੱਪ ਆਫ ਕਾਰਪੋਰੇਟ ਕੰਪਨੀ, ਜਿਹਦੇ 'ਚ ਪੈਪਸੀ ਵੀ ਸ਼ਾਮਿਲ ਸੀਗੀ, ਟਾਟਾ ਰੈਲੀ ਵੀ ਸ਼ਾਮਿਲ ਸੀਗੀਆਂ, ਜਿਹਦੇ 'ਚ ਰਿਲਾਇੰਸ ਵੀ ਸ਼ਾਮਿਲ ਸੀਗੀਆਂ, ਕਈ ਕੰਪਨੀਆਂ ਸੀਗੀਆਂ, 9-10 ਕੰਪਨੀਆਂ, ਜਿਨ੍ਹਾਂ ਦੀ ਮਦਦ ਦੇ ਨਾਲ ਜਿਹੜੀ ਆ ਅਸੀਂ ਖੇਤੀ ਵਿਭਿੰਨਤਾ ਪ੍ਰੋਗਰਾਮ ਚਾਲੂ ਕੀਤਾ। ਲੇਕਿਨ ਉਹ ਚੱਲਿਆ ਇਸ ਕਰਕੇ ਨਹੀਂ ਕਿ ਇਹਨਾਂ ਕੰਪਨੀਆਂ ਦਾ ਉਦੇਸ਼ ਖੇਤੀ ਵਿਭਿੰਨਤਾ ਦੇ ਨਾਲ ਕਿਸਾਨਾਂ ਦਾ ਫਾਇਦਾ ਕਰਨ ਦੀ ਬਜਾਏ ਆਪਣੇ ਮੁਨਾਫੇ ਵਧਾਉਣ ਵੱਲ ਜ਼ਿਆਦਾ ਜ਼ੋਰ ਸੀਗਾ। ਤਾਂ ਸਰਕਾਰਾਂ ਜਿਹੜੀਆਂ ਨੇ ਇਹਨਾਂ ਨੂੰ ਰੈਗੂਲੇਟ ਵੀ ਨਹੀਂ ਕਰ ਸਕੀਆਂ, ਕਿਉਂਕਿ ਬਹੁਤ ਵੱਡੀਆਂ ਕੰਪਨੀਆਂ ਨੇ ਤੇ ਸਰਕਾਰਾਂ ਦੇ ਰੈਗੂਲੇਸ਼ਨ ਜਿਹੜੇ ਨੇ ਉਹਨਾਂ ਨੂੰ ਮੰਨਦੀਆਂ ਨਹੀਂ, ਜਾਂ ਜਿਹੜੇ ਸਰਕਾਰੀ ਅਫਸਰ ਨੇ, ਜਿਹੜੇ ਰੈਗੂਲੇਟਰ ਨੇ, ਉਹਨਾਂ ਤੇ ਪ੍ਰਭਾਵ ਪਾ ਕੇ ਆਪਣੇ ਹੱਕ ਵਿੱਚ ਫੈਸਲੇ ਕਰ ਲੈਂਦੀਆਂ ਨੇ। ਹੁਣ ਜਿਹੜਾ ਬੋਸਟਨ ਕੰਸਲਟੈਂਸੀ ਗਰੁੱਪ ਹੈ, ਇਹਨਾਂ ਦੇ ਕੋਲ ਜਿਹੜਾ ਮੇਨ ਕੰਮ ਹੈ ਉਹ ਪ੍ਰਾਈਵੇਟ ਸੈਕਟਰ ਨੂੰ ਜਾਂ ਸਰਕਾਰਾਂ ਨੂੰ ਵਿੱਤੀ ਸਲਾਹ ਦੇਣ ਦਾ ਹੈ। ਤਜਰਬਾ ਜਿਹੜਾ ਇਹਨਾਂ ਨੇ ਕਦੀ ਵੀ ਜਿਹੜੀ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਕਦੀ ਵੀ ਕਿਸੇ ਕਿਸਮ ਦਾ ਕੋਈ ਸਲਾਹ ਜਾਂ ਮਸ਼ਵਰਾ ਜਾਂ ਕਿਸਾਨੀ ਦੇ ਨਾਲ ਰਿਲੇਟਡ ਸੰਬੰਧਿਤ ਜਿਹੜੇ ਨੇ, ਉਹਨਾਂ ਨੇ ਨਾ ਤਾਂ ਰਿਸਰਚ ਕਦੀ ਕੀਤੀ ਆ ਤੇ ਨਾ ਹੀ ਸਰਕਾਰ ਨੂੰ ਕਦੀ ਐਡਵਾਈਸ ਕੀਤੀ ਆ ਕਿ ਕਿਸਾਨਾਂ ਨਾਲ ਡੀਲ ਕਿਵੇਂ ਕਰਨਾ ਹੈਗਾ। ਸੋ ਪੰਜਾਬ ਗਵਰਨਮੈਂਟ ਨੇ ਪਹਿਲਾਂ ਵੀ, ਜਿਵੇਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਡਾਕਟਰ ਘੁੰਮਣ ਨੇ, ਕਿ ਜਦੋਂ ਕਾਂਗਰਸ ਦੀ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਸੀਗੀ ਤੇ ਜਿਹੜੇ ਮੀਟਰ ਲਾਉਣੇ ਨੇ ਜਿਹੜੇ ਪਿੰਡਾਂ ਦੇ ਵਿੱਚ ਟਿਊਬਵੈਲਾਂ ਦੇ, ਉਹਦੇ ਵਾਸਤੇ ਇੱਕ ਜੌਨ ਪਾਲ ਕੰਪਨੀ ਨੂੰ ਸੱਦਿਆ ਗਿਆ ਸੀਗਾ।
ਲੇਕਿਨ ਉਹਨੇ ਕੋਈ ਕੰਮ ਨਹੀਂ ਕੀਤਾ ਤੇ ਅਲਟੀਮੇਟਲੀ ਪਤਾ ਨਹੀਂ ਪੈਸੇ ਲਏ ਨਹੀਂ ਲਏ ਹੋਣਗੇ ਪੈਸੇ ਤੇ ਕੋਈ ਉਹਦੇ ਬਾਰੇ ਜ਼ਿਕਰ ਤੱਕ ਨਹੀਂ ਹੋਇਆ। ਹੁਣ ਇਸ ਕੰਪਨੀ ਨੂੰ ਇਹਨਾਂ ਨੇ ਇੰਗੇਜ ਇਸ ਕਰਕੇ ਕੀਤਾ ਕਿ ਸਾਨੂੰ ਇੱਕ ਡਿਜ਼ਾਈਨ ਬਣਾ ਕੇ ਦਿਓ, ਪ੍ਰੋਗਰਾਮ ਬਣਾ ਕੇ ਦਿਓ ਕਿ ਖੇਤੀ ਵਿਭਿੰਨਤਾ ਕਿਵੇਂ ਕਰਨੀ ਆ, ਤੇ ਦੂਜਾ ਪਰਾਲੀ ਜਿਹੜੀ ਆ ਜਾਂ ਜਿਹੜੇ ਫਸਲਾਂ ਦਾ ਰਹਿੰਦ ਖੂੰਹਦ ਹੈ ਉਹਨੂੰ ਉਹਦਾ ਪ੍ਰਬੰਧ ਕਿਵੇਂ ਕਰਨਾ ਤਾਂ ਕਿ ਲੋਕੀ ਉਹਨੂੰ ਸਾੜਨ ਨਾ। ਸੋ ਇਹ ਜਿਹੜੇ ਦੋਨੇ ਮਸਲੇ ਨੇ ਇਹ ਪਿਛਲੇ 30-40 ਸਾਲਾਂ ਤੋਂ ਵਿਚਾਰੇ ਜਾ ਰਹੇ ਨੇ, ਲੇਕਿਨ ਜਿਹੜਾ ਮੁੱਖ ਪ੍ਰੋਬਲਮ ਹੈ ਕਿ ਸੋਲੂਸ਼ਨ ਤਾਂ ਅਵੇਲੇਬਲ ਨੇ ਲੇਕਿਨ ਸਰਕਾਰਾਂ ਜਿਹੜੀਆਂ ਨੇ ਉਹਨਾਂ ਕੋਲ ਸਮਰੱਥਾ ਨਹੀਂ ਹੈ ਕਿ ਉਹ ਸੋਲੂਸ਼ਨ ਜਿਹੜੀਆਂ ਨੇ ਲਾਗੂ ਕਰ ਸਕਣ ਜਾਂ ਕਿਸਾਨਾਂ ਨੂੰ ਕਨਵਿੰਸ ਕਰ ਸਕਣ ਕਿ ਉਹ ਜੋ ਕਿਸਮ ਦੇ ਕੰਮ ਕਰ ਰਹੇ ਨੇ ਉਹ ਠੀਕ ਹੋਣਗੇ। ਮੇਰਾ ਇੱਕ ਹੋਰ ਤਜਰਬਾ ਵੀ ਆ ਹਰਿਆਣੇ ਦੇ ਵਿੱਚ। ਹਰਿਆਣਾ ਸਰਕਾਰ ਨੇ ਇਦਾਂ ਇੱਕ ਕੰਸਲਟੈਂਸੀ ਗਰੁੱਪ ਜਿਹੜਾ ਹੈ ਉਹਨੂੰ ਐਜੂਕੇਸ਼ਨ 'ਚ ਇੰਗੇਜ ਕਰ ਲਿਆ ਤੇ ਉਹ ਇੰਗੇਜ ਕਰਨ ਤੋਂ ਬਾਅਦ ਉਹਨਾਂ ਨੇ ਰਿਜ਼ਲਟ ਦੇ ਦਿੱਤੇ। ਫਿਰ ਉਹਨਾਂ ਨੇ ਥਰਡ ਪਾਰਟੀ ਇਵੈਲੂਏਸ਼ਨ ਕਰਾਈ ਤੇ ਉਸ ਵਕਤ ਮੈਂ ਕ੍ਰਿਟ ਦਾ ਡਾਇਰੈਕਟਰ ਜਨਰਲ ਸੀਗਾ। ਤਾਂ ਅਸੀਂ ਉਹਨਾਂ ਦੀ ਜਦੋਂ ਇਵੈਲੂਏਸ਼ਨ ਕੀਤੀ ਤੇ ਸਾਨੂੰ ਲੱਗਿਆ ਕਿ ਉਹਨਾਂ ਨੇ ਜਾਲੀ ਰਿਜ਼ਲਟ ਦਿੱਤੇ ਨੇ ਗਵਰਨਮੈਂਟ ਨੂੰ ਖੁਸ਼ ਕਰਨ ਵਾਸਤੇ। ਤੇ ਜਦੋਂ ਅਸੀਂ ਉਹ ਮਸਲਾ ਉਹਨਾਂ ਦੇ ਸਾਹਮਣੇ ਉਠਾਇਆ ਤੇ ਉਹ ਕਹਿੰਦੇ ਜੀ ਨਹੀਂ ਇਦਾਂ ਨਹੀਂ ਚੱਲਣਾ। ਫਿਰ ਉਹਨਾਂ ਨੇ ਸਾਡੇ ਤੇ ਸਰਕਾਰ ਵੱਲੋਂ ਗਵਰਨਮੈਂਟ ਜੋ ਦਬਾਅ ਪਾਉਣਾ ਸ਼ੁਰੂ ਕਰਤਾ ਕਿ ਸਾਡੇ ਜਿਹੜੇ ਰਿਜ਼ਲਟ ਪਾਸ ਕਰੋ। ਫਿਰ ਅਸੀਂ ਸਿੱਧਾ ਹਰਿਆਣੇ ਦੇ ਜਿਹੜਾ ਮਿਨਿਸਟਰ ਸੀ ਐਜੂਕੇਸ਼ਨ ਉਹਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਕਿਹਾ ਕਿ ਇਹ ਹੇਰਾਫੇਰੀ ਕਰ ਰਹੇ ਨੇ। ਤਾਂ ਫਿਰ ਜਿਹੜੀ ਸਾਡੀ ਰਿਪੋਰਟ ਸੀ ਅਲਟੀਮੇਟਲੀ ਉਹ ਮੰਨੀ ਗਈ ਕਿ ਇਹ ਕੰਪਨੀਆਂ ਜਿਹੜੀਆਂ ਨੇ ਐਗਜ਼ੈਜਰੇਟ ਕਰਕੇ ਗਵਰਨਮੈਂਟ ਦੇ ਪ੍ਰੋਗਰਾਮ ਜਿਹੜੇ ਐਜੂਕੇਸ਼ਨ ਦੇ ਆਊਟਕਮ ਹੈ ਉਹ ਦੱਸ ਰਹੇ ਨੇ। ਉਹ ਦੱਸ ਰਹੇ ਸੀ ਬੜਾ ਐਫੀਸ਼ੀਐਂਟ ਹੋ ਗਿਆ। ਜਦੋਂ ਅਸੀਂ ਦੇਖਿਆ ਕਿ ਜਿਹੜਾ ਐਜੂਕੇਸ਼ਨ ਦੇ ਵਿੱਚ ਜਿਹੜੇ ਉਹਨਾਂ ਨੇ ਟੈਸਟ ਲਏ ਉਹ ਗੜਬੜ ਸੀ ਉਹਦੇ 'ਚ, ਜਾਂ ਉਹਨਾਂ ਨੇ ਕਿਹਾ ਕਿ ਪ੍ਰਬੰਧ ਬਹੁਤ ਠੀਕ ਹੈ। ਤਾਂ ਅਸੀਂ ਕਈ ਜ਼ਿਲ੍ਹਿਆਂ 'ਚ ਦੇਖਿਆ ਕਿ 5 ਬਲਾਕਾਂ ਨੂੰ ਇੱਕ BO ਜਿਹੜਾ ਬਲਾਕ ਡਿਵੈਲਪਮੈਂਟ ਅਫਸਰ ਜਿਹੜਾ ਉਹ ਸੁਪਰਵਾਈਜ਼ ਕਰ ਰਿਹਾ, ਤਾਂ ਉਹਨਾਂ ਕੋਲ ਕੰਮ ਠੀਕ ਤਰ੍ਹਾਂ ਚੱਲ ਨਹੀਂ ਰਿਹਾ। ਤੇ ਇਸ ਕਰਕੇ ਜਿਹੜਾ ਇੱਕ ਕੰਸਲਟੈਂਸੀ ਕੰਪਨੀਆਂ ਜਿਨ੍ਹਾਂ ਦਾ ਮਤਲਬ ਪ੍ਰੋਫਿਟ ਕਮਾਉਣਾ ਹੈਗਾ ਤੇ ਪ੍ਰਾਈਵੇਟ ਸੈਕਟਰ ਦੇ ਪ੍ਰੋਫਿਟ ਵਧਾਉਣਾ ਹੈ, ਉਹ ਲੋਕਾਂ ਦੇ ਭਲੇ ਵਾਸਤੇ ਸੋਚਣ ਦਾ ਉਹਨਾਂ ਦਾ ਨਜ਼ਰੀਆ ਨਹੀਂ ਹੈ। ਦੂਸਰੀ ਗੱਲ ਹੈ ਕਿ ਸਾਡੇ ਮੁਲਕ ਵਿੱਚ ਵੀ ਇਸ ਵੇਲੇ ਕਰੋਨੀ ਕੈਪੀਟਲਿਜ਼ਮ ਹੈ। ਕਰੋਨੀ ਕੈਪੀਟਲਿਜ਼ਮ ਦਾ ਮਤਲਬ ਹੈ ਕਿ ਤੁਸੀਂ ਅਮਰਵੇਲ ਦੀ ਤਰ੍ਹਾਂ ਕਿਸੇ ਦੇ ਸਿਰ ਤੇ ਕਿਸੇ ਦਾ ਬੈਨੀਫਿਟ ਲੈ ਕੇ, ਸਰਕਾਰ ਤੋਂ ਬੈਨੀਫਿਟ ਲੈ ਕੇ ਗਰੋ ਕਰਨਾ ਚਾਹੁੰਦੇ ਜੇ ਤੇ ਸਰਕਾਰਾਂ ਤੋਂ ਬੇਲ ਆਊਟ ਲੈਣਾ ਚਾਹੁੰਦੇ ਜੇ। ਸੋ ਇਹ ਜਿਹੜੀਆਂ ਕੰਸਲਟੈਂਸੀ ਗਰੁੱਪਸ ਨੇ ਇਹਨਾਂ ਦੇ ਜਿਹੜੇ ਇੰਟਰਸਟ ਨੇ ਇਹ ਕਾਰਪੋਰੇਟ ਪ੍ਰਾਈਵੇਟ ਕੰਪਨੀਆਂ ਨਾਲ ਜੁੜੇ ਹੋਣ ਕਰਕੇ ਇਹ ਆਮ ਲੋਕਾਂ ਦੀ ਜਿਹੜੇ ਭਲੇ ਦੀ ਗੱਲ ਨਾ ਸੋਚ ਸਕਦੇ ਨੇ, ਨਾ ਕਰ ਸਕਦੇ ਨੇ, ਤੇ ਨਾ ਹੀ ਸਰਕਾਰ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਦੱਸ ਸਕਦੇ ਨੇ। ਕਿ ਕਿਉਂ ਜਿਵੇਂ ਰਘੂ ਰਾਮ ਰਾਜਨ ਜਿਹੜੇ ਸਾਡੇ ਪੁਰਾਣੇ RBI ਦੇ ਗਵਰਨਰ ਨੇ ਉਹਨਾਂ ਦਾ ਕਥਨ ਹੈ ਕਿ ਹਿੰਦੁਸਤਾਨ ਦੇ ਵਿੱਚ ਕੋਈ ਡਿਜ਼ਾਈਨ ਜਾਂ ਪ੍ਰੋਗਰਾਮਾਂ ਦੀ ਕਮੀ ਨਹੀਂ ਹੈ, ਜੇ ਕਮੀ ਹੈ ਤਾਂ ਉਹ ਇੰਪਲੀਮੈਂਟੇਸ਼ਨ ਦੀ ਹੈ। ਸਰਕਾਰਾਂ ਕੋਲ ਜਾਂ ਤਾਂ ਪੈਸੇ ਹੈ ਨਹੀਂ ਇੰਪਲੀਮੈਂਟ ਕਰਨ ਲਈ, ਜਾਂ ਸਰਕਾਰਾਂ ਕੋਲ ਜਿਹੜੀ ਪੋਲੀਟੀਕਲ ਵਿਲ ਨਹੀਂ ਹੈ ਇੰਪਲੀਮੈਂਟ ਕਰਨ ਦੀ, ਜਾਂ ਸਰਕਾਰਾਂ ਐਸੇ ਪ੍ਰੋਗਰਾਮ ਇੰਪਲੀਮੈਂਟ ਕਰਨੀ ਚਾਹੁੰਦੇ ਜਿਹੜੇ ਲੋਕਾਂ ਦੇ ਭਲੇ 'ਚ ਨਹੀਂ ਤੇ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ। ਦੂਸਰੀ ਗੱਲ ਜਿਹੜੀ ਦੇਖਣ ਵਾਲੀ ਹੈ ਕਿ ਜਦੋਂ ਪੰਜਾਬ ਗਵਰਨਮੈਂਟ ਨੇ ਐਗਰੀਕਲਚਰ ਨੀਤੀ ਵਾਸਤੇ ਇੱਕ ਕਮੇਟੀ ਬਣਾ ਰੱਖੀ ਆ ਜਿਹਨੇ ਰਿਪੋਰਟ ਜਿਹੜੀ ਆ 30 ਜੂਨ ਜਾਂ ਉਹਦੇ ਆਸ-ਪਾਸ ਦੇਣੀ ਹੈ, ਜਦੋਂ ਵੀ ਤਿਆਰ ਹੋ ਗਈ ਉਹਨਾਂ ਨੇ ਵੀ ਡਿਜ਼ਾਈਨ ਬਣਾ ਕੇ ਦੇਣਾ ਹੈ। ਜੇ ਕੱਲ ਨੂੰ ਐਗਰੀਕਲਚਰ ਨੀਤੀ ਕਮੇਟੀ ਦੀ ਜਿਹੜੀਆਂ ਰਿਕਮੈਂਡੇਸ਼ਨਸ ਨੇ ਤੇ ਜਿਹੜੇ ਬੋਸਟਨ ਕੰਸਲਟੈਂਸੀ ਗਰੁੱਪ ਹੈ ਇਹਨਾਂ ਨੇ ਦੋ ਅਲੱਗ ਕਿਸਮ ਦੀਆਂ ਜਿਹੜੇ ਡਿਜ਼ਾਈਨ ਬਣਾ ਕੇ ਦੇ ਦਿੱਤੇ, ਤਾਂ ਸਰਕਾਰ ਕੀ ਕਰੇਗੀ? ਔਰ ਕਿੱਥੋਂ ਤੱਕ ਸਰਕਾਰ ਜਿਹੜੀ ਆ ਉਹ ਕਿਸਾਨੀ ਨੂੰ ਆਪਣੇ ਨਾਲ ਲੈ ਕੇ ਇਹਨਾਂ ਗੱਲਾਂ ਬਾਰੇ ਸਹਿਮਤ ਕਰ ਸਕੇਗੀ? ਜਾਂ ਕੀ ਸਰਕਾਰ ਇਹ ਸੋਚੇਗੀ, ਜਾਂ ਸਰਕਾਰ ਨੇ ਕਦੀ ਸੋਚਿਆ ਕਿ ਪੁਰਾਣੇ ਦੋ ਜਿਹੜੇ ਸਾਡੇ ਖੇਤੀ ਵਿਭਿੰਨਤਾ ਪ੍ਰੋਗਰਾਮ ਸੀਗੇ ਉਹ ਕਿਉਂ ਫੇਲ ਹੋਏ? ਇਹਨਾਂ ਨੇ ਨਾ ਤੇ ਇਨ ਹਾਊਸ ਕਦੀ ਇਵੈਲੂਏਸ਼ਨ ਕੀਤੀ ਹੈ ਤੇ ਨਾ ਹੀ ਇਹਨਾਂ ਨੇ ਜਿਹੜੀਆਂ ਸਟੱਡੀ ਹੋਈਆਂ ਨੇ ਇਸ ਸੰਬੰਧ ਦੇ ਵਿੱਚ ਕਿ ਵਾਈ ਇਹ ਪ੍ਰੋਗਰਾਮ ਫੇਲ ਕਿਉਂ ਹੋਏ ਉਹਨਾਂ ਵੱਲ ਤਵੱਜੋ ਦਿੱਤੀ ਆ। ਤਾਂ ਜਿਹੜੇ ਸਾਡੇ ਬਿਊਰੋਕਰੇਟਸ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਬਾਹਰੋਂ ਕੋਈ ਜਿਹੜੀ ਕੰਸਲਟੈਂਸੀ ਗਰੁੱਪ ਲਿਆ ਕੇ ਉਹਨੂੰ ਪੈਸੇ ਦੇ ਕੇ ਤੇ ਉਹਦੇ ਤੋਂ ਐਸਾ ਡਿਜ਼ਾਈਨ ਬਣਾ ਲਿਆ ਜਾਵੇ ਤੇ ਫਿਰ ਕਿਹਾ ਜਾਏ ਕਿ ਅਸੀਂ ਬੜਾ ਚੰਗਾ ਕੰਮ ਕਰ ਰਹੇ ਹਾਂ। ਪਰ ਸਰ ਆਪਣੇ ਕੋਲ ਕੀ ਜੇਕਰ ਆਪਾਂ ਕੰਸਲਟੈਂਸੀ ਗਰੁੱਪ ਵਾਲੀ ਗੱਲ ਨੂੰ ਜਾਇਜ਼ ਮੰਨ ਲਈਏ ਕਿ ਸਰਕਾਰ ਨੂੰ ਜ਼ਰੂਰਤ ਸੀ ਇਸ ਕਰਕੇ ਉਹਨਾਂ ਨੇ ਇੱਕ ਅਮਰੀਕਨ ਕੰਪਨੀ ਤੋਂ ਸਲਾਹ ਮੰਗੀ ਹੈ, ਕੀ ਸਰ ਆਪਣੇ ਪੰਜਾਬ ਦੇ ਕੋਲ ਐਦਾਂ ਦਾ ਕੋਈ ਸਟੋਰ ਹਾਊਸ ਆਫ ਨੌਲੇਜ ਨਹੀਂ ਹੈਗਾ, ਕੋਈ ਐਦਾਂ ਦੇ ਅਦਾਰੇ ਨਹੀਂ ਆ ਕਿ ਉਹਦਾਂ ਦੇ ਬ੍ਰੇਨ ਨਹੀਂ ਹੈਗੇ ਜਿਹੜੇ ਇਨੋਵੇਟਿਵ ਸਲਾਹਾਂ ਸਰਕਾਰ ਨੂੰ ਦੇ ਸਕਣ?
ਇੱਕ ਹੋਰ ਸਵਾਲ ਇਹਦੇ ਵਿੱਚ ਕੰਟਰਾਡਿਕਟਰੀ ਹੈ ਜੀ ਸਰਕਾਰ ਲਈ ਵੀ ਕਿ ਪਾਲਿਸੀ ਤੁਹਾਡੀ ਇਸ ਮਹੀਨੇ ਦੇ ਐਂਡ ਦੇ ਵਿੱਚ ਤੁਸੀਂ ਕਿਹਾ ਸੀ ਔਰ ਮਹਿਜ 4 ਕੁ ਦਿਨ ਰਹਿ ਗਏ ਨੇ ਔਰ ਤੁਹਾਨੂੰ ਇਹ ਸਲਾਹ ਜਿਹੜੀ ਕੰਪਨੀ ਰਹੇਗੀ ਉਹ ਪਤਾ ਨਹੀਂ ਕਦੋਂ ਰਹੇਗੀ। ਸੋ ਉਹ ਦੋਨੋਂ ਆਪਸ ਦੇ ਵਿੱਚ ਕਿਵੇਂ ਹੋਣਗੀਆਂ? ਕੀ ਸਰ ਸਟੋਰ ਹਾਊਸ ਆਫ ਨੌਲੇਜ ਪੰਜਾਬ ਦੇ ਵਿੱਚ ਨਹੀਂ ਰਹੇ ਕਿ ਸਰਕਾਰ ਨੂੰ ਬਾਹਰੋਂ ਲੋੜ ਹੈ? ਦੇਖੋ ਮਨਵੀਰ, ਤੁਸੀਂ ਲਗਾਤਾਰ ਇੰਟਰੂਸ ਕਰ ਰਹੇ ਜੇ। ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਮੌਜੂਦਾ ਜਿਹੜਾ ਯੂਨੀਵਰਸਿਟੀ ਸਿਸਟਮ ਹੈ ਜਾਂ ਰਿਸਰਚ ਇੰਸਟੀਚਿਊਟਸ ਨੇ, ਉਹਨਾਂ ਦੇ ਕੋਲ ਕਾਫੀ ਐਕਸਪਰਟ ਮੌਜੂਦ ਨੇ। ਇਸ ਤੋਂ ਇਲਾਵਾ ਕਾਫੀ ਐਕਸਪਰਟ ਐਸੇ ਨੇ ਜਿਹੜੇ ਹੁਣੇ ਰਿਟਾਇਰ ਹੋਏ ਨੇ, ਲੇਕਿਨ ਉਹ ਅਵੇਲੇਬਲ ਨੇ, ਉਹ ਮੁਫਤ ਸਲਾਹ ਦੇਣ ਨੂੰ ਅਵੇਲੇਬਲ ਨੇ। ਲੇਕਿਨ ਸਰਕਾਰ ਜਿਹੜੀ ਆ ਉਹਨਾਂ ਨੂੰ ਨਾ ਤਾਂ ਕੰਸਲਟ ਕਰਨਾ ਚਾਹੁੰਦੀ ਆ, ਨਾ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਆ। ਤੁਸੀਂ ਦੇਖਿਆ ਹੋਣਾ ਕਿ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਹੀ, ਜੂਨ ਦੇ ਫਸਟ ਜਾਂ ਸੈਕੰਡ ਵੀਕ ਦੇ ਵਿੱਚ ਹੀ, ਪੰਜਾਬ ਗਵਰਨਮੈਂਟ ਨੇ ਵਿਜ਼ਨ 2047 ਦਾ ਰਿਲੀਜ਼ ਕੀਤਾ ਹੈਗਾ। ਉਹ ਇੱਕ ਪੰਜਾਬ ਦੀ ਚੰਡੀਗੜ੍ਹ ਦੇ ਬੇਸਡ ਰਿਸਰਚ ਇੰਸਟੀਚਿਊਟ ਵੱਲੋਂ ਤਿਆਰ ਕੀਤਾ ਗਿਆ ਵਿਜ਼ਨ ਹੈ। ਇੱਦਾਂ ਨਹੀਂ ਕਿ ਸਾਡੇ ਕੋਲ ਐਕਸਪਰਟਸ ਦੀ ਘਾਟ ਹੈ ਜਾਂ ਸਾਡੇ ਕੋਲ ਇਹੋ ਜਿਹਾ ਸਟੋਰ ਆਫ ਨੌਲੇਜ ਵਾਲੇ ਬੰਦੇ ਨਹੀਂ ਅਵੇਲੇਬਲ। ਬੰਦੇ ਅਵੇਲੇਬਲ ਨੇ, ਲੇਕਿਨ ਸਰਕਾਰ ਜਿਹੜੀ ਆ ਉਹ ਇੱਕ ਕਿਸਮ ਦਾ ਇੱਕ ਇੰਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਅਸੀਂ ਦੇਖੋ ਅਮਰੀਕਾ ਤੋਂ ਲਿਆ ਕੇ ਐਕਸਪਰਟ ਜਿਹੜੇ ਨੇ ਇਸ ਕੰਮ ਲਈ ਲਾ ਰਹੇ ਨੇ, ਲੇਕਿਨ ਐਕਚੁਅਲੀ ਉਹ ਜਿਹੜੇ ਬੰਦਿਆਂ ਨੇ ਇੱਥੇ ਕੰਮ ਕਰਨਾ ਹੈ ਉਹ ਦਿੱਲੀ ਬੇਸਡ ਨੇ ਜਾਂ ਬੰਬੇ ਬੇਸਡ ਨੇ, ਉਹ ਹੈ ਇੰਡੀਅਨ ਨੇ, ਲੇਕਿਨ ਉਹ ਬਹੁਤ ਸਾਰੇ ਬੰਦੇ ਜਿਹੜੇ ਨੇ, ਜਿਹੜੇ ਬੋਸਟਨ ਕੰਸਲਟੈਂਸੀ ਗਰੁੱਪ ਨਾਲ ਅਟੈਚ ਨੇ, ਉਹ MBA ਦੇ ਪੁਰਾਣੇ ਵਿਦਿਆਰਥੀ ਨੇ। ਉਹਨਾਂ ਨੂੰ ਜਿਹੜੀ ਇਕਨੋਮਿਕਸ ਦਾ ਜਾਂ ਸੋਸ਼ਲ ਸਾਇੰਸ ਦਾ ਜਿਹੜਾ ਨੌਲੇਜ ਹੈ ਉਹ ਬਹੁਤ ਘੱਟ ਹੈ। ਇਸੇ ਤਰ੍ਹਾਂ ਉਹਨਾਂ ਕੋਲ ਪੰਜਾਬ ਦੇ ਜਾਂ ਜਿਹੜੀਆਂ ਸਮੱਸਿਆਵਾਂ ਨੇ, ਜਿਹੜੇ ਪੰਜਾਬ ਦੇ ਵਿੱਚ ਸੋਸ਼ਲ ਮੂਵਮੈਂਟ ਦੇ ਕੰਸਰਨ ਕੀ ਨੇ, ਇਹਨਾਂ ਦੇ ਬਾਰੇ ਬੜਾ ਸੀਮਤ ਨੌਲੇਜ ਹੈ। ਸੋ ਮੈਂ ਸਮਝਦਾ ਕਿ ਜਿਹੜਾ ਇਹ ਸਟੈਪ ਲਿਆ ਗਵਰਨਮੈਂਟ ਨੇ, ਕੋਈ ਪੌਣੇ 6 ਕਰੋੜ ਰੁਪਈਆ ਜਿਹੜਾ ਇਹਨਾਂ ਨੂੰ ਦੇਣਾ ਹੈਗਾ, ਇਹ ਬਚਾ ਸਕਦੇ ਸੀਗੇ ਤੇ ਮੁਫਤ ਸਲਾਹ ਲੈ ਸਕਦੇ ਸੀ ਲੋਕਾਂ ਤੋਂ, ਔਰ ਲੋਕ ਅਵੇਲੇਬਲ ਨੇ। ਔਰ ਮੈਨੂੰ ਪਤਾ ਹੈ ਕਿ ਕਈ ਗਰੁੱਪ ਜਿਹੜੇ ਨੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਨੂੰ ਪਿਛਲੇ ਸਮੇਂ ਦੇ ਵਿੱਚ ਪ੍ਰੈਜ਼ੈਂਟੇਸ਼ਨਾਂ ਵੀ ਦੇ ਕੇ ਆਏ ਨੇ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਵਾਈਸ ਚਾਂਸਲਰ ਨੇ, ਉਹਨਾਂ ਨੇ ਵੀ ਇੱਕ ਵਾਰੀ ਦੋ ਵਾਰੀ ਅਰੇਂਜ ਕੀਤਾ ਹੈ ਕਿ ਉਹ ਇਸ ਕਿਸਮ ਦਾ ਇੰਟਰੈਕਸ਼ਨ ਜਨਰੇਟ ਕਰਨ ਨੂੰ ਤਿਆਰ ਨੇ। ਲੇਕਿਨ ਪਤਾ ਨਹੀਂ ਇਹਨਾਂ ਦੀ ਕੀ ਮਜਬੂਰੀ ਹੈ ਕਿ ਇਹ ਸਾਡਾ ਲੋਕਲ ਟੈਲੈਂਟ ਜਿਹੜਾ ਹੈ, ਜਿਹੜਾ ਨੌਲੇਜੇਬਲ ਹੈ, ਜਿਹੜਾ ਧਰਤੀ ਨਾਲ ਜੁੜਿਆ ਹੋਇਆ, ਜਿਨ੍ਹਾਂ ਨੂੰ ਸੂਬੇ ਦੀਆਂ ਸਮੱਸਿਆਵਾਂ ਦਾ ਵੀ ਪਤਾ, ਲੋਕਾਂ ਦੀ ਪਲਸ ਦਾ ਵੀ ਪਤਾ ਹੈ, ਉਹਨਾਂ ਨੂੰ ਛੱਡ ਕੇ ਬਾਹਰੋਂ ਜਿਹੜਾ ਇਸ ਤਰ੍ਹਾਂ ਦਾ ਜਿਹੜੇ ਕੰਸਲਟੈਂਸੀ ਗਰੁੱਪ ਨੇ ਉਹਨਾਂ ਨੂੰ ਲਿਆ ਕੇ ਤੇ ਇੱਕ ਬਣਾਉਣਾ ਚਾਹੁੰਦੇ ਨੇ ਪ੍ਰੋਗਰਾਮ, तो 6 ਮਹੀਨੇ ਦਾ ਸ਼ਾਇਦ ਟਾਈਮ ਬਾਈ ਕਰਨਾ ਚਾਹੁੰਦੇ ਨੇ। ਇੱਕ ਰੀਜ਼ਨ ਇਹ ਵੀ ਹੋ ਸਕਦਾ ਕਿਉਂਕਿ ਇਸ ਗਰੁੱਪ ਨੇ ਜਿਹੜੀ ਆ ਉਹ 6 ਮਹੀਨਿਆਂ ਬਾਅਦ ਰਿਪੋਰਟ ਦੇਣੀ ਆ। ਸਿੱਧਾ ਮਤਲਬ ਹੈ ਕਿ ਟਾਈਮ ਬਾਈ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸ਼ਾਇਦ ਅਸੀਂ ਮਤਲਬ ਇਸ ਗਰੁੱਪ ਦੇ ਰਾਹੀਂ ਟਾਈਮ ਬਾਈ ਕਰਕੇ ਤੇ ਫਿਰ ਜਿਹੜਾ ਪ੍ਰੋਗਰਾਮ ਹੈ ਉਹ 1 ਸਾਲ ਦਾ ਹੋਰ ਸਮਾਂ ਟਪਾ ਲਈਏ। ਸਰ ਫਸਲੀ ਵਿਭਿੰਨਤਾ ਤਾਂ ਬਹੁਤ ਸੌਖਾ ਕੰਮ ਹੈ ਜੀ। ਜਿਹੜਾ ਕਿਸਾਨ ਹੈ ਉਹ ਤਾਂ ਚਾਹੁੰਦਾ ਹੈ ਕਿ ਉਹਨੂੰ MSP ਹਰ ਚੀਜ਼ ਤੇ ਮਿਲ ਜਾਏ, ਉਹਨੂੰ ਮੁੱਲ ਮਿਲ ਜਾਏ ਹਰ ਫਸਲ ਦਾ, ਜਿਹੜੀ ਉਹ ਲਾਵੇ ਜੇ ਤੇ ਮਿਹਨਤ ਕਰੇ। ਅਗਰ ਉਹ ਸਰਕਾਰ ਉਹਨੂੰ ਮੁੱਲ ਦੇਣ ਲਈ ਤਿਆਰ ਹੋ ਜਾਵੇ ਤਾਂ ਕੋਈ ਵੀ ਫਸਲ ਬੀਜ ਲਏਗਾ। ਮੂੰਗ ਜਿਹੜੀ ਆ ਉਹਦੇ ਵਿੱਚੋਂ ਬਹੁਤ ਫਾਇਦਾ ਹੋ ਸਕਦਾ ਹੈ। ਸਰ ਫਸਲੀ ਵਿਭਿੰਨਤਾ ਦਾ ਮਾਡਲ, ਕਿਉਂਕਿ ਮੇਰੀ ਸਮਝ ਦੇ ਵਿੱਚ ਆਇਆ ਕਿ ਪਿਛਲੇ 3 ਦਹਾਕਿਆਂ ਤੋਂ ਹੀ ਰੌਲਾ ਪੈ ਰਿਹਾ ਹੈ ਇਸ ਗੱਲ ਦੇ ਉੱਤੇ। 1986 ਦੇ ਵਿੱਚ ਪਹਿਲੀ ਕਮੇਟੀ ਆ ਗਈ ਸੀ ਸਰਦਾਰਾ ਸਿੰਘ ਜੌਲ ਦੀ, ਜਿਹਦੇ ਵਿੱਚ ਅੱਗੇ ਪਾਣੀ ਤੇ ਗੱਲ ਹੁੰਦੀ ਹੈ ਕਿ ਪਾਣੀ ਆਪਣਾ ਬਹੁਤ ਹੇਠਾਂ ਜਾ ਰਿਹਾ ਹੈ। ਸਰ ਇਹ ਮਾਡਲ, ਇਹ ਕਮੇਟੀਆਂ ਦੀਆਂ ਰਿਪੋਰਟਾਂ, ਇਹ ਸਭ ਕੁਝ ਇਹ ਲਾਗੂ ਕਿਉਂ ਨਹੀਂ ਹੋ ਪਾਇਆ? ਕੀ ਪੋਲੀਟੀਕਲ ਵਿਲ ਦੀ ਕਮੀ ਸੀ? ਕੀ MSP ਨਹੀਂ ਅਸੀਂ ਦੇ ਸਕਦੇ ਹੈਗੇ? ਜਾਂ ਸਾਨੂੰ ਹਜੇ ਕਣਕ ਔਰ ਝੋਨੇ ਦੀ ਵਾਕਈ ਬਹੁਤ ਜ਼ਿਆਦਾ ਲੋੜ ਹੈ ਕਿ ਸਾਡੇ ਲਈ ਚਾਹੇ ਪਾਣੀ ਥੱਲੇ ਜਾਂਦਾ ਜਾਵੇ ਪਰ ਭਾਰਤ ਨੂੰ ਹਜੇ ਝੋਨਾ ਚਾਹੀਦਾ ਹੀ ਚਾਹੀਦਾ ਹੈ? ਸਰ ਕੀ ਕਾਰਨ ਹੈ? ਦੇਖੋ ਮਨਵੀਰ, 3 ਕਾਰਨ ਨੇ ਜਿਹਦੇ ਕਰਕੇ ਖੇਤੀ ਵਿਭਿੰਨਤਾ ਪੰਜਾਬ 'ਚ ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਇੱਕ ਤਾਂ ਜਿਹੜਾ এনवायरमेंट ਦਾ ਵਿਸ਼ਾ ਹੈ, ਜਿਵੇਂ ਪਾਣੀ ਦੀ ਤੁਸੀਂ ਗੱਲ ਕੀਤੀ ਹੈ ਕਿ ਪਾਣੀ ਧਰਤੀ ਹੇਠਲਾ ਮੁੱਕਣ ਦੇ ਕਿਨਾਰੇ ਆ। ਸਰਫੇਸ ਵਾਟਰ ਜਿਹੜਾ ਹੈ, ਦਰਿਆਵਾਂ ਦਾ ਪਾਣੀ ਜਿਹੜਾ ਨਹਿਰਾਂ ਰਾਹੀਂ ਸਾਨੂੰ ਆਉਣਾ ਹੈ, ਉਹ ਬੜਾ ਸੀਮਤ ਸਾਡੇ ਕੋਲ ਹੈਗਾ, ਕਿਉਂਕਿ ਸਾਨੂੰ ਜਿਹੜੀ ਜ਼ਰੂਰਤ ਹੈ ਉਹ 52 ਮਿਲੀਅਨ ਏਕੜ ਫੀਟ ਪਾਣੀ ਦੀ ਜ਼ਰੂਰਤ ਹੈ ਇਸ ਵੇਲੇ ਪੰਜਾਬ ਮੌਜੂਦਾ ਫਸਲੀ ਚੱਕਰ ਦੇ ਵਿੱਚ। ਲੇਕਿਨ ਜਿਹੜਾ ਨਹਿਰੀ ਪਾਣੀ ਆ ਉਹ 10-11 ਮਿਲੀਅਨ ਏਕੜ ਫੀਟ ਹੀ ਪੰਜਾਬ ਨੂੰ ਉਪਲਬਧ ਹੈ। ਤੇ ਇਸ ਕਰਕੇ ਧਰਤੀ ਹੇਠਲਾ ਪਾਣੀ ਜਿਹੜਾ ਕੱਢ ਕੇ ਅਸੀਂ ਮੁਕਾਉਣ ਦੇ ਕਿਨਾਰੇ ਲੈ ਗਏ ਹਾਂ। ਹਵਾ ਖਰਾਬ ਕਰ ਲਈ ਆ, ਪਰਾਲੀ ਸਾੜ ਕੇ, ਇੰਡਸਟਰੀ ਵੱਲੋਂ ਜਾਂ ਥਰਮਲ ਪਲਾਂਟਾਂ ਦੇ ਧੂਏ ਕਰਕੇ ਪਾਣੀ ਪਲੂਟ ਹੋ ਗਿਆ। ਪਾਣੀ ਦੇ ਵਿੱਚ ਜਿਹੜੀ ਮਿਲਾਵਟ ਬਹੁਤ ਹੋ ਗਈ ਆ, ਖਰਾਬ ਹੋ ਗਿਆ। ਇਨਸੈਕਟੀਸਾਈਡ, ਪੈਸਟੀਸਾਈਡ ਦਾ ਯੂਜ਼ ਕਰਕੇ ਜ਼ਮੀਨ ਜਿਹੜੀ ਆ ਉਹ ਵੀ ਖਰਾਬ ਹੋ ਗਈ ਆ।
तो एक तो एनवायरमेंट का मुद्दा हैगा। दूसरा मुद्दा है कि सेंटर गवर्नमेंट पिछले 10 साल तो कह रही है कि पंजाब नूं कि तुसीं अपना फसली चक्कर बदलो, क्योंकि हुण सानूं तुहाडे अनाज की उन्नी जरूरत नहीं है। हिंदुस्तान आत्मनिर्भर हो गया ते जिहड़े पूर्वी सूबे ने ते दक्षिणी सूबे ने उन्हां 'च झोने की जिहड़ी फसल है काफ़ी ज़्यादा होण लग गई आ। इस करके झोने की तो बिल्कुल जरूरत नहीं, ईवन कणक की घट जरूरत है, क्योंकि कणक की भी उपज दूजे राज्यों के विच काफ़ी ज़्यादा हो गई, जिवें मध्य प्रदेश है, यूपी है, बिहार है, इन्हां इलाकिਆਂ ਦੇ ਵਿੱਚ कणक काफ़ी ज़्यादा होण लग गई है। तो इस करके वो कह रहे हैं कि फसली विभिन्नता करो ते नाल ही वो साडे वास्ते मार्केटिंग दीयां समस्यावां जिहड़ियां पैदा कर रहे आ। कदी वो साडा RDF बंद कर दिंदे ने, कदी वो कह रहे हैं कि तुहाडी मंडी फीस जिहड़ी आ 3% ਦੀ ਬਜਾਏ 2% ਦੇਵਾਂਗੇ, ਤੇ ਜਿਹੜੇ ਸਟੇਟਾਂ ਦੇ ਏਰੀਆ ਆਫ ਇੰਟਰਸਟ ਨੇ ਜਾਂ ਅਧਿਕਾਰ ਖੇਤਰ ਨੇ ਉਹਦੇ 'ਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਇੱਕ ਤਾਂ ਮਾਰਕੀਟਿੰਗ ਦੀਆਂ ਪ੍ਰੋਬਲਮ ਇਹਨਾਂ ਦੀਆਂ ਆਉਣ ਲੱਗ ਗਈਆਂ। ਤੀਸਰਾ ਇਸ ਜਿਹੜਾ ਮੌਜੂਦਾ ਫਸਲੀ ਚੱਕਰ ਹੈ ਉਹਦੇ 'ਚ ਕਿਸਾਨ ਜਿਹੜੇ ਖਾਸ ਕਰਕੇ ਛੋਟੇ ਮਾਰਜੀਨਲ ਫਾਰਮਰ, ਸਮਾਲ ਫਾਰਮਰ ਤੇ ਖੇਤ ਮਜ਼ਦੂਰ ਨੇ, ਉਹ ਆਤਮ ਹੱਤਿਆਵਾਂ ਕਰ ਰਹੇ ਨੇ। ਸੋ ਇਹ ਮਾਡਲ ਜਿਹੜਾ ਸਸਟੇਨੇਬਲ ਨਹੀਂ ਹੈ, ਨਾ ਸਸਟੇਨੇਬਲ ਪ੍ਰੋਫਿਟੇਬਲ ਹੈ ਤੇ ਨਾ ਹੀ ਲਾਹੇਵੰਦ ਹੈ। तो इस करके 3-4 रीजन ने जिहदे करके फसली विभिन्नता की गल जिहड़ी आ हुण बड़ी सख्ती नाल सानूं लागू करनी पैनी है। ते जिथों तक सवाल है कि सरकार इनू लागू क्यों नहीं कर पा रही, क्योंकि सरकार की हुण ताईं समझ ये रही है कि ये सारा काम जिहड़ा हैगा सरकार ने नहीं करना, सरकार कर नहीं सकती, उहदे कोल समर्था नहीं है। तो इस करके किसान फसलां पैदा करन ते इन्हां नूं खरीदण दा काम जिहड़ा है वो दे दईए कारपोरेट सैक्टर नूं। ਜਿਹੜਾ 3 खेती ਕਾਨੂੰਨ ਲਿਆਂਦੇ ਸੀਗੇ ਸੈਂਟਰ ਗਵਰਨਮੈਂਟ ਨੇ, ਉਹ ਵੀ ਇਸ ਤਰ੍ਹਾਂ ਦੇ ਸੀਗੇ। ਪੰਜਾਬ ਗਵਰਨਮੈਂਟ ਦਾ ਇੱਕ ਮੇਜਰ ਸੈਕਸ਼ਨ ਜਿਹੜਾ ਹੈ ਉਹ ਵਿਸ਼ਵਾਸ ਕਰਦਾ ਹੈ ਕਿ ਇਹ ਕੰਮ ਜਿਹੜਾ ਹੈ ਕਾਰਪੋਰੇਟ ਸੈਕਟਰ ਨੂੰ ਕਰਨਾ ਚਾਹੀਦਾ। ਤਾਂ ਉਹੀ ਨਵੇਂ ਬੀਜ ਲਿਆਏ, ਉਹੀ ਕੰਟਰੈਕਟ ਫਾਰਮਿੰਗ ਨਾਲੇ ਕਿਸਾਨਾਂ ਤੋਂ ਖਰੀਦੇ ਤੇ ਸਰਕਾਰ ਜਿਹੜੀ ਹੈ ਇਸ ਕੰਮ ਤੋਂ ਸੁਰਖਰੂ ਹੋ ਜੇ। ਲੇਕਿਨ ਦੇਖਣ 'ਚ ਆਇਆ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਜਦੋਂ ਕਿਸਾਨਾਂ ਦੇ ਨਾਲ ਇੰਟਰਫੇਸ 'ਚ ਆਉਂਦੀਆਂ ਨੇ ਤਾਂ ਉਹ ਕੀ ਕਰਦੀਆਂ ਨੇ ਕਿ ਕਿਸਾਨਾਂ ਨੂੰ ਘੱਟ ਕੀਮਤ ਦੇਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਉਹ ਜਿਹੜੀ ਮਾਰਕੀਟ ਪਾਵਰ ਹੈ, ਫਰਜ਼ ਕਰੋ 5 ਕੰਪਨੀਆਂ ਨੇ ਜਾਂ 2 ਕੰਪਨੀਆਂ ਜਾਂ 1 ਕੰਪਨੀ ਖਰੀਦ ਵਾਲੀ ਹੈ, ਲੇਕਿਨ ਹਜ਼ਾਰਾਂ ਦੀ ਕਿਸਾਨ ਤਾਦਾਦ ਵਿੱਚ ਵੇਚਣ ਵਾਲੇ ਨੇ। ਇਹਨੂੰ ਅਸੀਂ ਮੋਨੋਪਸੋਨੀ ਕਹਿੰਦੇ ਆ ਕਿ ਬੜੇ ਥੋੜੇ ਜਿਹੜੇ ਨੇ ਖਰੀਦਣ ਵਾਲੇ ਨੇ ਔਰ ਬਹੁਤ ਜ਼ਿਆਦਾ ਵੇਚਣ ਵਾਲੇ ਨੇ। ਤਾਂ ਮਾਰਕੀਟ ਜਿਹੜੀ ਪਾਵਰ ਹੈਗੀ ਆ, ਜਿਹੜੀ ਮੰਡੀ ਦੀ ਸ਼ਕਤੀ ਹੈ, ਉਹ ਇੱਕ ਕੰਪਨੀ ਕੋਲ ਕੇਂਦਰਿਤ ਹੋਣ ਕਰਕੇ ਉਹ ਜਦੋਂ ਫਸਲ ਆਉਂਦੀ ਆ ਮੰਡੀ ਦੇ ਵਿੱਚ ਉਦੋਂ ਜਾਂ ਤਾਂ ਜਾਣ ਕੇ ਲੇਟ ਆਉਂਦੇ ਨੇ ਜਾਂ ਕੀਮਤ ਘਟਾ ਦਿੰਦੇ ਨੇ, ਤੇ ਉਹਦੇ ਨਾਲ ਕਿਸਾਨਾਂ ਨੂੰ ਜਿਹੜਾ ਕਈ ਵਾਰੀ ਫਸਲ ਦੇ ਪੂਰੇ ਪੈਸੇ ਨਹੀਂ ਮਿਲਦੇ। ਸੋ ਕਿਉਂਕਿ ਕਾਰਪੋਰੇਟ ਸੈਕਟਰ ਦਾ ਮੁੱਖ ਕੰਮ ਮੁਨਾਫਾ ਕਮਾਉਣਾ ਹੈ, ਤੇ ਉਹ ਜਿਸ ਤਰੀਕੇ ਨਾਲ ਵੀ ਉਹਨਾਂ ਦੇ ਮੁਨਾਫੇ ਵੱਧ ਸਕਦੇ ਨੇ ਉਹ ਮੁਨਾਫੇ ਕਮਾਉਣਗੇ। ਉਹਨਾਂ ਦਾ ਇਹ ਕੋਈ ਕੰਸਰਨ ਨਹੀਂ ਹੈ ਕਿ ਕਿਸਾਨਾਂ ਦਾ ਭਲਾ ਹੋਵੇ, ਉਹਨਾਂ ਦਾ ਇਹ ਕੋਈ ਕੰਸਰਨ ਨਹੀਂ ਹੈ ਕਿ ਪੰਜਾਬ ਵਿੱਚ ਖੇਤੀ ਵਿਭਿੰਨਤਾ ਹੋਵੇ, ਉਹਨਾਂ ਦਾ ਕੋਈ ਕੰਸਰਨ ਨਹੀਂ ਹੈ ਕਿ ਪੰਜਾਬ ਦਾ এনवायरमेंट ਠੀਕ ਹੋਵੇ। ਤੁਸੀਂ ਦੇਖਿਆ ਹੋਣਾ ਕਿ ਜਿਹੜਾ ਜੀਰਾ ਫੈਕਟਰੀ ਦੇ ਵਿੱਚ ਕਿਸਾਨਾਂ ਨੇ ਧਰਨਾ ਲਾ ਰੱਖਿਆ এনवायरमेंट ਕਰਕੇ, ਪਾਣੀ ਜਿਹੜਾ ਧਰਤੀ ਦਾ ਗੰਧਲਾ ਕਰ ਰਹੇ ਨੇ, ਉਹ ਕਾਰਪੋਰੇਟ ਕੰਪਨੀ ਹੈ। ਸੋ ਇਹ ਜਿਹੜੇ ਨੇ ਜੇ ਪਾਣੀ ਖਰਾਬ ਕਰਕੇ ਉਹਨਾਂ ਦੇ ਮੁਨਾਫੇ ਵਧਣਗੇ ਤੇ ਮੁਨਾਫੇ ਵਧਾਉਣਗੇ, ਜੇ ਉਹਨਾਂ ਨੂੰ ਲੱਗਦਾ ਕਿ ਕਿਸਾਨਾਂ ਨੂੰ ਘੱਟ ਕੀਮਤ ਦੇ ਕੇ ਪੈਸੇ ਮੁਨਾਫੇ ਵਧਾਉਣੇ ਆ ਤੇ ਵਧਾਉਣਗੇ। ਤਾਂ ਜੇ ਮਾਰਕੀਟ 'ਚ ਲੇਟ ਐਂਟਰੀ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਤੇ ਕਰਨਗੇ। ਇਹ ਤਜਰਬਾ ਸਾਨੂੰ ਪੈਪਸੀ ਤੋਂ ਵੀ ਹੋਇਆ, ਇਹ ਤਜਰਬਾ ਸਾਨੂੰ 2003-4 ਦੇ ਵਿੱਚ ਪੰਜਾਬ ਗਵਰਨਮੈਂਟ ਦਾ ਤਜਰਬਾ ਹੈ ਉਹਦੇ ਤੋਂ ਵੀ ਹੋਇਆ। ਹਿਮਾਚਲ 'ਚ ਵੀ ਇਹੀ ਕੰਮ ਹੋਇਆ ਸੇਬਾਂ ਦੇ ਮਾਮਲੇ ਵਿੱਚ। ਜਦੋਂ ਸੇਬ ਮੰਡੀ 'ਚ ਆਉਂਦੇ ਨੇ, ਇੱਕ ਸਾਲ ਚੰਗੀ ਕੀਮਤ ਦੇ ਦਿੰਦੇ ਨੇ, ਦੂਜੀ ਸਾਲ ਉਹ ਕੀਮਤ ਗਿਰਾ ਦਿੰਦੇ ਨੇ, ਤੇ ਇਹਦੇ ਕਰਕੇ ਕਾਫੀ ਮੁਸ਼ਕਲ ਆਉਂਦੀ ਆ ਕਿਸਾਨਾਂ ਨੂੰ ਜਿਹੜੇ ਫਸਲ ਪੈਦਾ ਕਰਦੇ ਨੇ। ਤੇ ਇਸ ਕਰਕੇ ਮੈਂ ਸਮਝਦਾ ਕਿ ਇਹਨੂੰ ਇੱਕ ਆਪਣੀ ਸੋਚ ਦੇ ਸਰਕਾਰੀ ਵਿਭਿੰਨਤਾ ਦੀ ਨੀਤੀ ਜਿਹੜੀ ਆ ਉਹ ਲਾਗੂ ਕਰਨ ਦੇ ਸਮਰੱਥ ਨਹੀਂ ਹੁੰਦੇ। ਸਰ ਤੁਸੀਂ ਪੂਰੇ ਦੇਸ਼ ਦੀ ਇਕਨੋਮੀ ਨੂੰ, ਰਾਦਰ ਇੰਟਰਨੈਸ਼ਨਲ ਇਕਨੋਮੀ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਸਰ, ਤੁਹਾਡਾ ਤਾਉਮਰ ਦਾ ਤਜਰਬਾ ਹੈ, ਤੁਸੀਂ ਮਾਹਿਰ ਹੋ ਸਰ ਇਸ ਫੀਲਡ 'ਚ। ਕੀ ਭਾਰਤ ਸਰਕਾਰ ਇਸ ਚੀਜ਼ ਦੇ ਵਿੱਚ ਸક્ષਮ ਨਹੀਂ ਹੈ ਜਾਂ ਉਹਦੇ ਲਈ ਇੱਕ ਇਕਨੋਮਿਕਲੀ ਵਾਇਬਲ ਪ੍ਰੋਜੈਕਟ ਨਹੀਂ ਹੈ ਅਗਰ ਉਹ ਹਰ ਫਸਲ ਦੇ ਉੱਤੇ ਕਿਸਾਨਾਂ ਨੂੰ MSP ਦੇ ਦੇਣ? ਕੀ ਔਖਿਆਈ ਕੀ ਹੈਗੀ ਅਗਰ ਸੰਖੇਪ ਦੇ ਵਿੱਚ ਸਾਨੂੰ ਜਵਾਬ ਦੇ ਸਕੋ ਸਰ। ਇੱਕ ਤਾਂ ਸਮਝ ਦੀ ਸਮੱਸਿਆ ਹੈ ਮਨਵੀਰ, ਕਿ ਸਰਕਾਰ ਜਿਹੜੀ ਹੈ ਇਸ ਕਿਸਮ ਦੀ ਇਕਨੋਮਿਕਸ ਦੇ ਨਾਲ ਨੂੰ ਵਿੱਚ ਵਿਸ਼ਵਾਸ ਕਰਦੀ ਹੈ ਕਿ ਉਹਨਾਂ ਨੂੰ ਸਮਝਦਾ ਹੈ ਕਿ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਨੇ ਉਹਨਾਂ ਨੂੰ ਖਰੀਦਣ ਦਾ ਕੰਮ ਸਰਕਾਰ ਨੇ ਨਹੀਂ ਕਰਨਾ। ਇਹ ਸਮਝ ਹੈ ਇਹਨਾਂ ਦੀ। ਹਾਲਾਂਕਿ ਹਿੰਦੁਸਤਾਨ ਦੇ ਵਿੱਚ ਵੱਡਾ ਸੈਕਸ਼ਨ ਐਸਾ ਹੈ ਆਬਾਦੀ ਦਾ
ਜਿਨ੍ਹਾਂ ਨੂੰ ਜੇ ਸਰਕਾਰ ਤੋਂ ਅਨਾਜ ਖਰੀਦ ਕੇ ਸਸਤੇ ਭਾਅ ਤੇ ਨਾ ਦਿੱਤਾ ਜਾਵੇ ਤਾਂ ਭੁੱਖਮਰੀ ਦੇ ਸਿਚੁਏਸ਼ਨ ਚਲੇ ਜਾਣਗੇ। ਸੋ ਇਹ ਜਿਹੜੀ ਸਮਝ ਹੈ ਕਿ ਪ੍ਰੋਕਿਉਰਮੈਂਟ ਦਾ ਕੰਮ ਜਿਹੜਾ ਹੈ ਉਹ ਸਰਕਾਰ ਦੀ ਕਰਨ ਦੀ ਬਜਾਏ ਕਾਰਪੋਰੇਟ ਸੈਕਟਰ ਨੇ ਕਰਨਾ ਹੈ, ਤਾਂ ਇੱਕ ਤਾਂ ਸਮੱਸਿਆ ਕਾਫੀ ਵੱਡੀ ਇਹ ਹੈ। ਦੂਜੀ ਸਮੱਸਿਆ ਹੈ ਕਿ ਸਰਕਾਰ ਜਿਹੜੀ ਹੈ ਉਹਨੂੰ ਲੱਗਦਾ ਹੈ ਕਿ ਇਸ ਕੰਮ ਦੇ ਉੱਤੇ ਪੈਸੇ ਕਾਫੀ ਲੱਗਣਗੇ। ਕੋਈ 5 ਲੱਖ ਕਰੋੜ ਕਹਿੰਦਾ, ਕੋਈ 10 ਲੱਖ ਕਰੋੜ ਦੀ ਗੱਲ ਕਰਦਾ ਹੈ, ਤੇ ਸਰਕਾਰ ਜਿਹੜੀ ਹੈ ਉਹ ਅਮੀਰਾਂ ਤੇ ਟੈਕਸ ਲਾ ਕੇ ਜਾਂ ਕਾਰਪੋਰੇਟ ਸੈਕਟਰ ਤੇ ਟੈਕਸ ਲਾ ਕੇ ਪੈਸੇ ਇਕੱਠੇ ਕਰਕੇ ਆਮ ਲੋਕਾਂ ਦੇ ਵਾਸਤੇ ਖਰਚਣ ਨੂੰ ਤਿਆਰ ਨਹੀਂ ਹੈ। ਦੂਸਰਾ ਜਿਹੜਾ ਸਮੱਸਿਆ ਇਹਦੇ 'ਚ ਆ ਰਹੀ ਹੈ ਕਿ ਜਿਹੜੀ ਸਰਕਾਰਾਂ ਨੇ ਉਹ ਆਪਣੇ ਜਿਹੜੇ ਅਫਸਰ ਨੇ ਉਹ ਜਦੋਂ ਪ੍ਰੋਕਿਉਰਮੈਂਟ ਦੇ ਵਿੱਚ ਆਉਂਦੇ ਨੇ ਉਹ ਕਾਰਪੋਰੇਟ ਸੈਕਟਰ ਦੇ ਨਾਲ ਰਲ ਕੇ, ਪ੍ਰਾਈਵੇਟ ਟ੍ਰੇਡਰਸ ਦੇ ਨਾਲ ਰਲ ਕੇ ਹੇਰਾਫੇਰੀਆਂ ਕਰਦੇ ਨੇ, ਕਰਪਸ਼ਨ ਕਰਦੇ ਨੇ। ਸਰਕਾਰ ਜਿਹੜੀ ਆ ਉਹਨਾਂ ਨੂੰ ਠੀਕ ਕਰਨ ਦੀ ਬਜਾਏ ਉਹ ਸੌਖਾ ਤਰੀਕਾ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਆਪਣੇ ਕੋਲੋਂ ਇਹ ਗੱਲ ਲਾ ਕੇ ਤੇ ਪ੍ਰਾਈਵੇਟ ਸੈਕਟਰ ਨੂੰ ਦੇਤੀ ਜਾਏ। ਸੋ ਇਹ ਜਿਹੜੀਆਂ ਦੋਵੇਂ ਕਿਸਮ ਦੀਆਂ ਸਮਝ ਬਣਾਈ ਜਾ ਰਹੀ ਹੈ, ਇਹ ਧਰਾਤਲ ਤੇ ਜਿਹੜੀ ਸਮਝ ਹੈ ਆਮ ਲੋਕਾਂ ਦੀ ਉਹਦੇ ਖਿਲਾਫ ਨੇ। ਕਿਉਂਕਿ ਜੇ ਤੁਸੀਂ ਬਹੁਤ ਸਾਰੀਆਂ ਐਗਰੀਕਲਚਰ ਦੀਆਂ ਪ੍ਰੋਡਕਟਸ ਜਿਹੜੀਆਂ ਨੇ ਉਹਨਾਂ ਨੂੰ ਸਰਕਾਰ ਪ੍ਰੋਕਿਉਰ ਨਹੀਂ ਕਰੇਗੀ ਤੇ ਪ੍ਰਾਈਵੇਟ ਸੈਕਟਰ ਪ੍ਰੋਕਿਉਰ ਤਾਂ ਕਰ ਲੂਗਾ ਤਾਂ ਉਹਨੂੰ ਮਹਿੰਗੇ ਭਾਅ ਤੇ ਵੇਚੇਗਾ, ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਚਲ ਜਾਣਗੀਆਂ। ਦੂਸਰਾ ਹੈ ਕਿ ਜਿਹੜੀਆਂ ਫਸਲਾਂ ਨੇ, ਫਸਲਾਂ ਦਾ ਜਿਹੜਾ ਮੁੱਲ ਤੈਅ ਕਰਨ ਦਾ ਫਾਰਮੂਲਾ ਹੈ ਉਹਦੇ 'ਚ এনवायरमेंट ਵਾਲੀ ਕਾਸਟ ਤੇ ਪਾਈ ਨਹੀਂ ਜਾਂਦੀ ਕਿ ਧਰਤੀ ਹੇਠੋਂ ਪਾਣੀ ਖਤਮ ਹੋ ਰਿਹਾ, ਜ਼ਮੀਨ ਦੀ ਪ੍ਰੋਡਕਟਿਵਿਟੀ ਘਟ ਰਹੀ ਹੈ। ਉਹ ਤਾਂ ਜਿਹੜੀਆਂ ਲਾਗਤਾਂ ਮੰਡੀ 'ਚ ਆਉਂਦੀਆਂ ਨੇ ਉਹਨੂੰ ਧਿਆਨ 'ਚ ਰੱਖ ਕੇ ਤੇ ਕੁਝ ਪ੍ਰੋਫਿਟ ਥੋੜਾ ਬਹੁਤਾ ਦੇ ਕੇ ਗੱਲ ਕੀਤੀ ਜਾਂਦੀ ਹੈ। ਸੋ ਜੇ ਕਿਸਾਨਾਂ ਨੂੰ ਤੁਸੀਂ ਉਹਨਾਂ ਦਾ ਭਾਅ ਠੀਕ ਦੇ ਦਿਓ, ਉਹਦੇ 'ਚ এনवायरमेंट ਦੀ ਲਾਗਤ ਵੀ ਸ਼ਾਮਲ ਕਰ ਲਿਓ, ਤਾਂ ਜੇ ਮਿਨੀਮਮ ਸਪੋਰਟ ਪ੍ਰਾਈਸ ਜਿਹੜੀਆਂ 23 ਫਸਲਾਂ ਦੀ ਸਰਕਾਰ ਅਨਾਉਂਸ ਕਰਦੀ ਹੈ ਹਰ ਸਾਲ, ਜੋ ਦੇ ਦੇ, ਇਹੀ ਕਿਸਾਨਾਂ ਦੀ ਮੰਗ ਹੈ, ਤੇ ਸਰਕਾਰ ਆਪ ਨਾ ਵੀ ਖਰੀਦੇ, ਉਹ ਮੰਡੀ 'ਚ ਨਿਸ਼ਚਿਤ ਕਰ ਦੇ ਕਿ ਇਸ ਤੋਂ ਸਸਤਾ ਭਾਅ ਤੇ ਜਿਹੜਾ ਖਰੀਦੇਗਾ ਉਹ ਗੈਰ ਕਾਨੂੰਨੀ ਹੋਏਗਾ, ਤਾਂ ਇਹਦੇ ਨਾਲ ਕਾਫੀ ਜ਼ਿਆਦਾ ਜਿਹੜੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਲੇਕਿਨ ਸਰਕਾਰ ਕਿਉਂਕਿ ਜਿਹੜੀ ਕਮਿਟਡ ਹੈ ਨਵ ਉਦਾਰਵਾਦੀ ਨੀਤੀਆਂ 'ਚ, ਜਿਹੜੇ ਕਾਰਪੋਰੇਟ ਸੈਕਟਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਬੈਨੀਫਿਟ ਦੇਣਾ ਚਾਹੁੰਦੇ ਨੇ, ਉਹ ਚਾਹੁੰਦੇ ਨੇ ਕਿ ਫਸਲਾਂ ਦੀ ਜਿਹੜੀ ਪ੍ਰੋਕਿਉਰਮੈਂਟ ਹੈ ਕਣਕ ਝੋਨੇ ਨੂੰ ਛੱਡ ਕੇ ਉਹ ਪ੍ਰਾਈਵੇਟ ਸੈਕਟਰ ਕਰੇ ਔਰ ਪ੍ਰੋਸੈਸਿੰਗ ਦਾ ਕੰਮ ਵੀ ਉਹ ਆਪ ਕਰੇ, ਤੇ ਸਰਕਾਰ ਜਿਹੜੀ ਆ ਉਹ 'ਚੋਂ ਸੁਰਖਰੂ ਹੋ ਜੇ। ਤੇ ਇਹਦੇ ਨਾਲ ਇਹ ਗੱਲ ਜਿਹੜੀ ਆ ਕਿਸਾਨਾਂ ਦੇ ਹੱਕ 'ਚ ਨਹੀਂ ਜਾਂਦੀ, ਕਿਸਾਨਾਂ ਦੇ ਖਿਲਾਫ ਜਾਂਦੀ ਆ, ਕਿਉਂਕਿ ਉਹ ਕਿਸਾਨਾਂ ਦਾ ਭਲਾ ਕਰਨ ਦੀ ਬਜਾਏ ਉਹ ਕਿਸਾਨਾਂ ਨੂੰ ਜਦੋਂ ਫਸਲ ਆਉਂਦੀ ਹੈ ਉਹ ਸਸਤੇ ਭਾਅ ਤੇ ਖਰੀਦਦੇ। ਤੁਸੀਂ ਸੁਣਿਆ ਹੋਣਾ ਇਸ ਸਾਲ ਹੀ ਫਿਰੋਜ਼ਪੁਰ ਦੇ ਵਿੱਚ ਸ਼ਿਮਲਾ ਮਿਰਚਾਂ ਜਿਹੜੀਆਂ ਲੋਕਾਂ ਨੇ ਬੀਜੀਆਂ ਉਹਦਾ ਭਾਅ 1 ਰੁਪਏ ਕਿਲੋ ਤੋਂ ਵੀ ਡਿੱਗ ਗਿਆ, ਜਦ ਕਿ ਮੰਡੀ ਦੇ ਵਿੱਚ ਜਿਹੜੀ ਲੋਕਾਂ ਨੂੰ ਉਹ ਸ਼ਿਮਲਾ ਮਿਰਚ 15 ਤੋਂ 20 ਰੁਪਏ ਕਿਲੋ ਮਿਲ ਰਹੀ ਸੀ। ਤਾਂ ਫਿਰ ਫਾਰਮਰ ਦੇ ਕੋਆਪਰੇਟਿਵ ਨੇ ਇੰਟਰਵੀਨ ਕਰਕੇ ਉਹ 5-6 ਰੁਪਏ ਕਿਲੋ ਖਰੀਦ ਕੇ ਕਿਸਾਨਾਂ ਦੀ ਮਦਦ ਕੀਤੀ। ਸੋ ਇਹ ਜਿਹੜੀ ਸਮਝ ਹੈ ਕਿ ਕਿਸਾਨਾਂ ਦੇ ਸਮੂਹ ਬਣਾ ਕੇ, ਗਰੁੱਪ ਬਣਾ ਕੇ ਉਹਨਾਂ ਨੂੰ ਇਸ ਕੰਮ 'ਚ ਪਾਇਆ ਜਾਵੇ, ਜਿਹਨੂੰ ਵੈਲਿਊ ਚੇਨ ਕਹਿੰਦੇ ਆ, ਕਿ ਜੇ ਕਿਸਾਨਾਂ ਦੇ ਸਮੂਹਾਂ ਨੂੰ ਜਥੇਬੰਦ ਕਰਕੇ ਉਹਨਾਂ ਨੂੰ ਕਿਹਾ ਜਾਵੇ, ਉਹਨਾਂ ਨੂੰ ਪੈਸਾ ਉਧਾਰ ਵੀ ਦੇ ਦਿੱਤਾ ਜਾਵੇ ਬੈਂਕਾਂ ਵੱਲੋਂ, ਕਿ ਤੁਸੀਂ ਜਦੋਂ ਮੰਡੀ 'ਚ ਤਿਆਰ ਹੋ ਕੇ ਫਸਲ ਇੱਕਦਮ ਆਉਂਦੀ ਹੈ ਉਹਨਾਂ ਨੂੰ ਆਪਣੇ ਕੋਲ ਸਟੋਰਾਂ 'ਚ ਰੱਖ ਲਓ ਤੇ ਕਿਸਾਨਾਂ ਨੂੰ ਪੇਮੈਂਟ ਕਰ ਦਿਓ, ਤੇ ਜਦੋਂ ਫਸਲ ਜਿਹੜੀ ਹੈ ਉਹ ਕਿਸਾਨਾਂ ਤੋਂ ਸਟੋਰਾਂ ਦੇ ਵਿੱਚ ਆ ਜਾਂਦੀ ਹੈ ਤਾਂ ਉਹਦੀ ਕੀਮਤ ਵੱਧ ਜਾਂਦੀ ਹੈ, ਤੇ ਉਹ ਜਿਹੜਾ ਫਰਕ ਹੈ ਉਹ ਫਿਰ ਕਿਸਾਨਾਂ ਨੂੰ ਮਿਲ ਜਾਏਗਾ ਜੇ ਕਿਸਾਨਾਂ ਦੇ ਸਮੂਹ ਕਰਨਗੇ, ਤੇ ਕਿਸਾਨ ਹੀ ਮੰਡੀ ਦਾ ਕਰਨ ਦਾ ਕੰਮ, ਸਟੋਰੇਜ ਦਾ ਵੀ ਕਰਨ, ਮੰਡੀ ਕਰਨ ਦਾ ਕੰਮ ਵੀ ਕਰਨ। ਤੇ ਇੱਕ ਮਾਡਲ ਹੈ ਮੈਡਰਾਗੋਨ ਮਾਡਲ ਕਹਿੰਦੇ ਆ ਕੋਆਪਰੇਟਿਵ ਦਾ, ਜਿਹੜਾ ਕਿ ਸਪੇਨ ਵਿੱਚ ਡਿਵੈਲਪ ਹੋਇਆ। ਤੇ ਜੇ ਕੋਆਪਰੇਟਿਵ ਸੈਕਟਰ ਜਿਹੜਾ ਹੈ ਉਹਨੂੰ ਅਸੀਂ ਇਸ ਹੱਦ ਤੱਕ ਡਿਵੈਲਪ ਕਰ ਦਈਏ ਕਿ ਕਿਸਾਨਾਂ ਦੇ ਸਮੂਹ ਜਿਹੜੇ ਨੇ ਉਹ ਫਸਲਾਂ ਪੈਦਾ ਵੀ ਕਰਨ, ਉਹ ਫਸਲਾਂ ਦਾ ਸਟੋਰ ਵੀ ਕਰਨ, ਫਸਲਾਂ ਦੀ ਪ੍ਰੋਸੈਸਿੰਗ ਵੀ ਕਰਨ, ਤਾਂ ਇਹ ਇੱਕ ਕਾਊਂਟਰਵੇਲਿੰਗ ਪਾਵਰ ਜਿਹੜੀ ਆ ਕਾਰਪੋਰੇਟ ਸੈਕਟਰ ਦੇ ਮੁਕਾਬਲੇ 'ਚ ਪੈਦਾ ਕਰ ਸਕਦੇ ਹਾਂ, ਤੇ ਕਿਸਾਨਾਂ ਦੀ ਆਮਦਨ ਦੁੱਗਣੀ ਤਿੱਗਣੀ ਕਰ ਸਕਦੇ ਹਾਂ। ਜਿਹੜਾ ਕਾਫੀ ਵੱਡਾ ਹਿੱਸਾ ਕੰਜ਼ਿਊਮਰ ਪ੍ਰਾਈਸ ਦਾ ਮਿਡਲਮੈਨ ਵਿਚੋਲਿਆਂ ਦੀ ਜੇਬ 'ਚ ਜਾ ਰਿਹਾ, ਉਹ ਕਿਸਾਨਾਂ ਦੀ ਜੇਬ 'ਚ ਅਸੀਂ ਪਾ ਕੇ ਤਾਂ ਇਹਨੂੰ ਹੱਲ ਕਰਨ ਵੱਲ ਵੱਧ ਸਕਦੇ ਹਾਂ। ਲੇਕਿਨ ਸਰਕਾਰਾਂ ਇਸ ਮਾਡਲ ਨੂੰ ਮੰਨਣ ਦੀ ਬਜਾਏ ਉਹ ਕਾਰਪੋਰੇਟ ਕੈਪੀਟਲ ਜਿਹੜਾ ਉਹਨੂੰ ਪ੍ਰਮੋਟ ਜ਼ਿਆਦਾ ਕਰਨਾ ਚਾਹੁੰਦੀ ਹੈ। ਇਸ ਕਰਕੇ ਖੇਤੀ ਵਿਭਿੰਨਤਾ ਦੇ ਪ੍ਰੋਗਰਾਮ ਦੇ ਵਿੱਚ ਇਹ ਸਮਝ ਦੀ ਸਮੱਸਿਆ ਵੀ ਬਹੁਤ ਵੱਡੀ ਸਮੱਸਿਆ ਹੈ।
ਸਰ ਜਿਸ ਢੰਗ ਤੁਸੀਂ ਗੱਲ ਬਹੁਤ ਵਧੀਆ ਕਹੀ ਕਿ ਕੋਆਪਰੇਟਿਵ ਜਿਹੜੀਆਂ ਸੁਸਾਇਟੀਜ਼ ਨੇ ਉਹ ਬਣਨੀਆਂ ਚਾਹੀਦੀਆਂ ਨੇ, ਪਿੰਡਾਂ ਦੇ ਜੱਥੇ, ਕਿਸਾਨਾਂ ਦੇ ਜੱਥੇ ਬਣਨੇ ਚਾਹੀਦੇ ਨੇ। ਸਰ ਜਿਸ ਤਰ੍ਹਾਂ ਦੇ ਨਾਲ ਇਹ ਬੋਸਟਨ ਕੰਸਲਟੈਂਸੀ ਗਰੁੱਪ ਦੀ ਐਂਟਰੀ ਹੁੰਦੀ ਹੈ, ਬਾਰ-ਬਾਰ ਟੈਂਡਰ ਕੱਢਿਆ ਜਾਂਦਾ ਔਰ ਕਿਹਾ ਜਾ ਰਿਹਾ ਕਿ ਤੀਸਰੀ ਵਾਰ ਟੈਂਡਰ ਦੇ ਵਿੱਚ ਇੱਕ ਕੰਪਨੀ ਆਈ ਔਰ ਉਸ ਕੰਪਨੀ ਨਾਲ ਤਾਂ ਸੌਦਾ ਫਿਰ ਠੇਕਾ ਕਰਨਾ ਹੀ ਪੈਣਾ ਸੀ। ਔਰ ਇਹ ਕੰਪਨੀ ਕੀ ਕੰਮ ਕਰੇਗੀ, ਇਹ ਕੰਸਲਟੈਂਸੀ ਗਰੁੱਪ ਕੀ ਕੰਮ ਕਰੇਗਾ, ਕਿਹੜੇ ਅਦਾਰਿਆਂ ਦੇ ਵਿੱਚ ਆਪਣੇ 'ਚ ਇੰਟਰਫੇਅਰ ਕਰੇਗਾ, ਕਿਹੋ ਜਿਹਾ ਡਾਟਾ ਸਰਕਾਰ ਤੋਂ ਲਏਗਾ, ਕਿਉਂਕਿ ਡਾਟਾ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ ਸਰ। ਇਹਦੇ ਤੇ ਨਿਗਰਾਨੀ ਰੱਖਣ ਲਈ ਕਿਹੜਾ ਮਹਿਕਮਾ ਜ਼ਿੰਮੇਵਾਰ ਹੋਏਗਾ ਸਰ? ਇਹਦੇ ਵਾਸਤੇ ਜਿਹੜੇ ਇੱਕੋ ਹੀ ਮਹਿਕਮਾ ਜ਼ਿੰਮੇਵਾਰ ਹੋਣਾ ਚਾਹੀਦਾ ਹੈ, ਉਹ ਹੈ ਐਗਰੀਕਲਚਰ ਡਿਪਾਰਟਮੈਂਟ, ਕਿਉਂਕਿ ਇਹ ਦੋਨੇ ਮਸਲੇ ਜਿਹੜੇ ਨੇ ਪੰਜਾਬ ਦੇ ਖੇਤੀਬਾੜੀ ਵਿਭਾਗ ਨਾਲ ਸੰਬੰਧ ਰੱਖਦੇ ਨੇ। ਲੇਕਿਨ ਇਹਨਾਂ ਦੋਵਾਂ ਮਸਲਿਆਂ ਦੇ ਵਿੱਚ ਜਿਹੜੇ ਸਾਡੇ ਕੋਲ ਸੋਲੂਸ਼ਨ ਅਵੇਲੇਬਲ ਨੇ, ਸੋਲੂਸ਼ਨ ਜਿਹੜੇ ਅਵੇਲੇਬਲ ਨੇ ਉਹ ਮਾਹਰਾਂ ਨੇ ਦਿੱਤੇ ਹੋਏ ਨੇ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਹੈ ਕਿ ਜੌਲ ਕਮੇਟੀ 1 ਹੈ, ਜੌਲ ਕਮੇਟੀ 2 ਹੈ, ਫਿਰ ਕਾਲਕਟ ਜਿਹੜੇ GS ਕਾਲਕਟ ਚੇਅਰਮੈਨ ਹੁੰਦੇ ਪੰਜਾਬ ਫਾਰਮਰ ਕਮਿਸ਼ਨ ਦੇ, ਉਹਨਾਂ ਨੇ ਰਿਪੋਰਟ ਦਿੱਤੀ ਹੈ। ਫਿਰ ਅਜੇ ਵੀ ਜਾਖੜ ਹੁਣੀ ਜਿਹੜੇ ਚੇਅਰਮੈਨ ਸੀ ਐਗਰੀਕਲਚਰ ਫਾਰਮਰ ਐਂਡ ਵਰਕਰਸ ਐਗਰੀਕਲਚਰ ਲੇਬਰਸ ਦੇ ਕਮਿਸ਼ਨ ਦੇ ਚੇਅਰਮੈਨ, ਉਹਨਾਂ ਨੇ ਵੀ ਇਹੋ ਜਿਹੇ ਸੁਝਾਅ ਦਿੱਤੇ ਨੇ। ਲੇਕਿਨ ਇਹ ਜਿਹੜੀ ਵਿਭਿੰਨਤਾ ਦਾ ਮਾਮਲਾ ਹੈ, ਉਹਦੇ ਵਿੱਚ ਇਹਨਾਂ ਨੂੰ ਸਰਕਾਰ ਜਿਹੜੀ ਹੈ ਉਹ ਲਾਗੂ ਕਰਨ ਨੂੰ ਤਿਆਰ ਨਹੀਂ ਹੈ। ਲਾਸਟ 2 ਜਿਹੜੀਆਂ ਮੈਂ ਰਿਪੋਰਟਾਂ ਦੀ ਗੱਲ ਕਰਦਾ, ਉਹ ਤਾਂ ਸਰਕਾਰ ਨੇ ਕੈਬਨਿਟ ਨੂੰ ਵੀ ਪੇਸ਼ ਨਹੀਂ ਕੀਤੀਆਂ। ਜਿੱਥੋਂ ਤੱਕ ਪਰਾਲੀ ਦੀ ਸਮਝ ਹੈ, ਪਰਾਲੀ ਬਾਰੇ ਜਿਹੜਾ ਖੇਤੀਬਾੜੀ ਵਿਭਾਗ ਹੈ, ਉਹਨਾਂ ਨੇ ਸੈਂਟਰਲ ਗਵਰਨਮੈਂਟ ਦੀ ਸਕੀਮ ਦੇ ਵਿੱਚ ਜਿੱਥੇ 500 ਕਰੋੜ ਦਾ ਸੈਂਟਰ ਗਵਰਨਮੈਂਟ ਨੇ ਸਬਸਿਡੀ ਦਿੱਤੀ ਕਿ ਖੇਤਾਂ 'ਚ ਹੀ ਵਾਹ ਦਿਓ ਤੁਸੀਂ ਜਿਹੜੇ ਪਰਾਲੀ ਹੈ ਉਹਨੂੰ, ਇਨ ਸਿਚੁਏਸ਼ਨ ਸੋਲੂਸ਼ਨ ਕਹਿੰਦੇ ਨੇ ਕਿ ਉਹਨੂੰ ਖੇਤਾਂ 'ਚ ਹੀ ਵਾਹਤਾ ਜਾਏ। ਲੇਕਿਨ ਉਹਦੀਆਂ ਕੀਮਤਾਂ ਜਿਹੜੀਆਂ ਮਸ਼ੀਨਰੀ ਦੀਆਂ ਅਫਸਰਾਂ ਨੇ ਮਿਲ ਕੇ ਡਬਲ ਕਰ ਲਈਆਂ, ਆਪਣੀਆਂ ਜੇਬਾਂ ਭਰ ਲਈਆਂ, ਲੇਕਿਨ ਕਿਸਾਨਾਂ ਨੂੰ ਲੱਗਿਆ ਕਿ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ, ਤਾਂ ਮਸਲਾ ਹੱਲ ਨਹੀਂ ਹੋਇਆ। ਇਹਦੇ ਚੱਲਦਿਆਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਐਕਸਪੈਰੀਮੈਂਟ ਹੋ ਰਹੇ ਨੇ ਕਿ ਜਿਹੜੀ ਪਰਾਲੀ ਹੈ ਜਾਂ ਫਾਰਮ ਦੇ ਰਹਿੰਦ ਖੂੰਹਦ ਹੈ ਹੋਰ ਫਸਲਾਂ ਦੀ, ਇਹਦੇ ਤੋਂ ਤੁਸੀਂ ਬਾਇਓਗੈਸ ਬਣਾ ਸਕਦੇ ਜੇ, ਜਿਹਦੀ ਮਾਰਕੀਟਿੰਗ ਦਾ ਪ੍ਰਬੰਧ ਇੰਡੀਅਨ ਆਇਲ ਕਰਦਾ ਹੈ, ਤੇ ਇਹਦੇ ਤੋਂ ਜਿਹੜੀ ਆ ਬਾਇਓ ਮਨਿਓਰ ਬਣਾਈ ਜਾ ਸਕਦੀ ਹੈ, ਜਿਹੜੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਪ੍ਰਵਾਨਿਤ ਹੈ। ਇਸ ਸੋਲੂਸ਼ਨ ਦੇ ਵਿੱਚ ਇਹ ਮਾਰਕੀਟ ਵਾਇਬਲ ਮਾਡਲ ਹੈ। ਇਹਦੇ 'ਚ ਕਿਸਾਨਾਂ ਨੂੰ ਪਰਾਲੀ ਦੇ ਕੰਪਨੀਆਂ ਪੈਸੇ ਦਿੰਦੀਆਂ ਨੇ। ਤਾਂ ਜੇ ਇਹਨੂੰ ਅਪਣਾ ਲਿਆ ਜਾਵੇ ਤਾਂ ਇਹਦੇ ਵਾਸਤੇ ਸਾਨੂੰ ਬੋਸਟਨ ਗਰੁੱਪ ਤੋਂ, ਕੰਸਲਟੈਂਸੀ ਤੋਂ ਕੋਈ ਸਲਾਹ ਲੈਣ ਦੀ ਲੋੜ ਨਹੀਂ ਹੈ। ਇਹ ਮਾਡਲ ਆਲਰੇਡੀ ਪੰਜਾਬ ਤੇ ਹਰਿਆਣੇ ਦੇ ਵਿੱਚ ਕੁਝ ਇਲਾਕਿਆਂ ਵਿੱਚ ਚੱਲ ਰਿਹਾ ਹੈਗਾ। ਤਾਂ ਜਿਹੜਾ ਬੋਸਟਨ ਕੰਸਲਟੈਂਸੀ ਗਰੁੱਪ ਹੈ, ਅਜੇ ਤੱਕ ਇਹਨਾਂ ਨੇ ਕਲੀਅਰ ਨਹੀਂ ਕੀਤਾ ਕਿ ਉਹਨਾਂ ਨੇ ਕਿਸ ਕਿਸਮ ਦਾ ਡੇਟਾ ਲੈਣਾ ਹੈ, ਕਿਹਦੇ ਤੋਂ ਡੇਟਾ ਲੈਣਾ, ਤੇ ਇਹ ਕਿਵੇਂ ਕੰਮ ਕਰਨਗੇ। ਮੈਨੂੰ ਇਹ ਲੱਗਦਾ ਕਿ ਜ਼ਿਆਦਾ ਇਹਨੂੰ ਇੰਗੇਜ ਕਰਨ ਦਾ ਇਸ ਕਰਕੇ ਕੀਤਾ ਗਿਆ ਕਿ ਸਮਾਂ ਟਪਾਉਣਾ ਚਾਹੁੰਦੇ ਨੇ। ਸਮਾਂ ਜਿਹੜਾ ਟਪਾਉਣ ਵਾਸਤੇ ਇਹ 6 ਮਹੀਨੇ ਤੋਂ ਬਾਅਦ 6 ਹੋਰ ਟਾਈਮ ਵੀ ਲੈ ਸਕਦੇ ਨੇ। ਦੂਸਰੀ ਗੱਲ ਮੈਂ ਨਾ ਕਰਨੀ ਚਾਹੁੰਦਾ ਇਹਦੇ ਬਾਰੇ ਕਿ ਟੈਂਡਰ ਕੱਢਣ ਬਾਰੇ, ਆਮ ਤੌਰ ਤੇ ਟੈਂਡਰ ਬਾਰੇ ਫੈਸਲਾ ਲਿਆ ਜਾਂਦਾ ਹੈ ਕਿ ਜੇ ਇੱਕੋ ਹੀ ਫਰਮ ਆਵੇ ਟੈਂਡਰ ਵਾਸਤੇ ਤਾਂ ਫਿਰ ਉਹਨੂੰ ਉਹਦੇ ਤੇ ਫੈਸਲਾ ਨਹੀਂ ਕੀਤਾ ਜਾਂਦਾ। ਸਿੱਧਾ ਮਤਲਬ ਹੈ ਕਿ ਜਾਂ ਤੇ ਤੁਹਾਡੀ ਆਪਣੀ ਕ੍ਰੈਡੀਬਿਲਿਟੀ ਨਹੀਂ ਹੈ ਜਿਹੜੇ ਟੈਂਡਰ ਕੱਢਣ ਵਾਲੇ ਜੇ, ਜਾਂ ਹੋਰ ਕੰਪਨੀਆਂ ਤੁਹਾਡੇ ਇਸ ਪ੍ਰੋਗਰਾਮ 'ਚ ਦਿਲਚਸਪੀ ਨਹੀਂ ਰੱਖਦੀਆਂ। ਸੋ ਇਸ ਕਰਕੇ ਮੈਂ ਸਮਝਦਾ ਕਿ ਜੇ ਇੱਕੋ ਕੰਪਨੀ ਸੀ ਜਿਹਨੇ ਟੈਂਡਰ ਭਰਿਆ ਤੇ ਬਾਰ-ਬਾਰ ਉਹੀ ਕੰਪਨੀ ਟੈਂਡਰ ਭਰ ਰਹੀ ਸੀਗੀ, ਤੇ ਇਸ ਗੱਲ ਤੋਂ ਤੇਜ਼ ਕਰਨਾ ਚਾਹੀਦਾ ਸੀ ਇਹਨਾਂ ਨੂੰ, ਪੈਸੇ ਦੇ ਕੇ ਇਹਨਾਂ ਤੋਂ ਕੰਮ ਕਰਾਉਣ ਦਾ। ਇਹ ਕੰਮ ਜਿਹੜਾ ਹੈ ਉਹਦੇ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਕੋਲ ਟੈਕਨੀਕਲ ਮਾਹਰ ਜਿਹੜੇ ਨੇ ਉਹ ਅਵੇਲੇਬਲ ਨੇ, PAU ਵਿੱਚ ਅਵੇਲੇਬਲ ਨੇ। ਪੰਜਾਬ ਸਰਕਾਰ ਦੇ ਜਿਹੜੇ ਨਾਨ ਕਨਵੈਨਸ਼ਨਲ ਸੋਰਸ ਆਫ એનર્ਜੀ ਵਾਲੇ ਨੇ ਉਹ ਵੀ ਅਵੇਲੇਬਲ ਨੇ, ਔਰ ਹਿੰਦੁਸਤਾਨ ਦੇ ਬਹੁਤ ਸਾਰੇ ਅਦਾਰਿਆਂ ਦੇ ਵਿੱਚ ਜਿਵੇਂ ਟੀਰੀ ਹੈ ਉਹਦੇ 'ਚ ਕੰਮ ਕਰਨ ਵਾਲੇ ਐਕਸਪਰਟ ਅਵੇਲੇਬਲ ਨੇ, ਔਰ ਬਹੁਤ ਵਾਰੀ ਉਹ ਮੁਫਤ ਤੁਹਾਨੂੰ ਸਲਾਹ ਦੇਣ ਨੂੰ ਤਿਆਰ ਨੇ ਜੇ ਤੁਸੀਂ ਉਹਨਾਂ ਨੂੰ ਇੱਜ਼ਤ ਮਾਣ ਦੇ ਨਾਲ ਅਪਰੋਚ ਕਰੋ। ਦੇਖਣਾ ਹੋਏਗਾ ਸਰ ਕਿ ਕਿੰਨੀ ਇੰਟਰਸਟਿੰਗ ਸਲਾਹ ਇਹ ਅਮਰੀਕਨ ਕੰਸਲਟੈਂਸੀ ਗਰੁੱਪ ਲੈ ਕੇ ਆਉਂਦਾ ਸਾਡੇ ਸਾਹਮਣੇ, ਕਿਉਂਕਿ ਤੁਹਾਡੇ ਆਰਟੀਕਲ ਅਸੀਂ ਲਗਾਤਾਰ ਪੜ੍ਹਦੇ ਰਹੀਦਾ ਸਰ। ਹੋਰ ਵੀ ਬਹੁਤ ਸਾਡੇ ਪੰਜਾਬ ਦੇ ਕੰਟਰੀਬਿਊਟ ਕਰਦੇ ਨੇ ਆਰਟੀਕਲ ਲਿਖ ਕੇ, ਜਿਨ੍ਹਾਂ ਦੇ ਵਿੱਚੋਂ ਸਮਝ ਆਉਂਦੀਆਂ ਨੇ ਕਿ ਫਸਲੀ ਵਿਭਿੰਨਤਾ ਹੋ ਕਿਵੇਂ ਸਕਦੀ ਹੈ। ਸੋ ਇਸ ਤੋਂ ਬਾਹਰ ਦਾ ਅਗਰ ਕੋਈ ਆਈਡੀਆ ਲੈ ਕੇ ਆਉਂਦੇ ਤਾਂ ਤੁਹਾਡੇ ਅੱਗੇ ਜ਼ਰੂਰ ਤੁਹਾਨੂੰ ਦਿਖਾਵਾਂਗੇ ਕਿ ਆਹ ਦੇਖ ਲਓ ਜੀ, ਇੱਕ ਨਵਾਂ ਇਨੋਵੇਟਿਵ ਆਊਟ ਆਫ ਦ ਬਾਕਸ ਕੁਛ ਲੈ ਕੇ ਆਏ ਨੇ। ਵੈਸੇ ਸਰ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ, ਆਖਰੀ ਸਵਾਲ ਮੈਂ ਇੱਕ ਫਿਕਰ ਜ਼ਾਹਰ ਕਰਨਾ ਚਾਹੁੰਦਾ ਹਾਂ ਕਿ ਜੇ ਇਹਨਾਂ ਨੇ
ਐਸਾ ਕੋਈ ਸੁਝਾਅ ਦੇ ਦਿੱਤਾ ਜਿਹਦੇ ਨਾਲ ਪੰਜਾਬ ਗੌਰਮੈਂਟ ਜਿਹੜੀ ਹੈ ਉਹਦੀ ਕਨਫਰੰਟ੍ਰੇਸ਼ਨ ਟਕਰਾਅ ਜਿਹੜਾ ਹੈ ਕਿਸਾਨ ਜਥੇਬੰਦੀਆਂ ਨਾਲ ਬਣਦਾ ਹੈ, ਜਾਂ ਜਿਹੜੀ ਕਿਸਾਨ ਨੀਤੀ ਆ ਰਹੀ ਹੈ ਉਹਦੇ ਨਾਲ ਬਣਦਾ, ਤੇ ਸਰਕਾਰ ਵਾਸਤੇ ਬੜੀ ਐਮਬੈਰਸਮੈਂਟ ਹੋਏਗੀ। ਇਹਦੇ ਤੋਂ ਬਚਣ ਦੀ ਕਾਫੀ ਜ਼ਿਆਦਾ ਜ਼ਰੂਰਤ ਹੈ ਇਸ ਮੌਕੇ ਤੇ। ਹਾਂਜੀ ਸਰ, ਮੈਨੂੰ ਨਹੀਂ ਲੱਗਦਾ ਕਿ ਇਹ ਕੰਸਲਟੈਂਸੀ ਗਰੁੱਪ ਦੀਆਂ ਸਲਾਹਾਂ ਪਬਲਿਕ ਸਾਡੇ ਸਾਹਮਣੇ ਆਉਣਗੀਆਂ, ਕਿਉਂਕਿ ਪਬਲਿਕਲੀ ਕੁਝ ਵੀ ਸ਼ੇਅਰ ਨਹੀਂ ਕੀਤਾ ਜਾ ਰਿਹਾ ਹੈਗਾ ਵੀ ਕਿਉਂ ਕੀਤਾ ਜਾ ਰਿਹਾ, ਕਿਉਂ ਬਾਹਰਲੀ ਕੰਪਨੀ ਨੂੰ ਹਾਇਰ ਕੀਤਾ ਗਿਆ। ਸਰ, ਆਪਾਂ ਬਾਰ-ਬਾਰ ਗੱਲ ਕਰ ਰਹੇ ਪਏ ਹਾਂ ਕਿ ਐਗਰੀਕਲਚਰ ਪਾਲਿਸੀ ਬਣ ਰਹੀ ਹੈਗੀ ਹੈ। ਅਗਰ ਐਗਰੀਕਲਚਰ ਪਾਲਿਸੀ ਬਣ ਰਹੀ ਹੈਗੀ ਹੈ, ਇਹਦੇ ਬਾਰੇ ਕਾਫੀ ਐਕਸਾਈਟਮੈਂਟ ਹੈਗੀ ਹੈ, ਕੀ ਇਹਦਾ ਮਤਲਬ ਕਿ ਹੁਣ ਤੱਕ ਆਪਾਂ ਬਿਨਾਂ ਐਗਰੀਕਲਚਰ ਪਾਲਿਸੀ ਤੋਂ ਹੀ ਖੇਤੀਬਾੜੀ ਕਰਦੇ ਆ ਰਹੇ ਸੀਗੇ? ਸਰ, ਪਹਿਲਾਂ ਜਿਹੜੀ ਐਗਰੀਕਲਚਰ ਪਾਲਿਸੀ ਸੀਗੀ ਉਹ ਅਨਡਿਕਲੇਅਰਡ ਸੀਗੀ, ਕਿ ਜਿਵੇਂ ਜਦੋਂ ਹਿੰਦੁਸਤਾਨ ਦੀ ਪਾਰਟੀਸ਼ਨ ਹੁੰਦੀ ਆ, ਮੁਲਕ ਵੰਡਿਆ ਜਾਂਦਾ ਹੈ 1947 ਤੋਂ ਬਾਅਦ, ਤਾਂ ਜਿਹੜੇ ਅਨਾਜ ਪੈਦਾ ਕਰਨ ਵਾਲੇ ਇਲਾਕੇ ਸੀਗੇ ਉਹ ਪਾਕਿਸਤਾਨ ਚਲੇ ਗਏ ਜ਼ਿਆਦਾ, ਤੇ ਆਬਾਦੀ ਇੱਧਰ ਜ਼ਿਆਦਾ ਰਹਿ ਗਈ। ਤੋ ਇਸ ਕਰਕੇ ਜਿਹੜੀ ਮੇਨ ਪਾਲਿਸੀ ਸੀਗੀ ਗਵਰਨਮੈਂਟ ਆਫ ਇੰਡੀਆ ਦੀ, ਜਿਹਨੂੰ ਪੰਜਾਬ ਗਵਰਨਮੈਂਟ ਨੇ ਵੀ ਲਾਗੂ ਕੀਤਾ, ਕਿ ਦੇਸ਼ ਨੂੰ ਅਨਾਜ ਵਿੱਚ ਆਤਮ ਨਿਰਭਰ ਬਣਾਉਣਾ ਹੈਗਾ, ਜਿਹਦੇ ਵਾਸਤੇ ਗ੍ਰੀਨ ਰੈਵੋਲੂਸ਼ਨ ਹੋਇਆ। ਪੰਜਾਬ ਨੇ ਉਹਦੇ 'ਚ ਬਹੁਤ ਲੀਡ ਰੋਲ ਪਲੇ ਕੀਤਾ, ਤੇ ਇਹ ਜਿਹੜਾ ਟੀਚਾ ਸੀਗਾ 1975 ਦੇ ਵਿੱਚ ਭਾਰਤ ਨੇ ਪੂਰਾ ਕਰ ਲਿਆ। ਲੇਕਿਨ 80ਵਿਆਂ ਦੇ ਵਿੱਚ ਜਾਂਦੇ ਜਾਂਦੇ ਇਹਦੇ ਜਿਹੜੇ ਨੈਗੇਟਿਵ ਫਾਲ ਆਊਟ ਨੇ ਉਹ ਆਉਣੇ ਸ਼ੁਰੂ ਹੋ ਗਏ, ਤੇ ਇਹਦੇ ਕਰਕੇ ਫਿਰ ਸਾਨੂੰ ਲੱਗਿਆ ਕਿ ਸਾਨੂੰ ਇਸ ਨੀਤੀ ਨੂੰ ਬਦਲਣ ਦੀ ਲੋੜ ਹੈ। ਤੇ 2010 ਤੋਂ ਲਗਭਗ 10-11 ਤੋਂ ਔਨਵਰਡ ਸੈਂਟਰ ਗਵਰਨਮੈਂਟ ਵੀ ਪੰਜਾਬ ਨੂੰ ਕਹਿ ਰਿਹਾ ਕਿ ਤੁਸੀਂ ਖੇਤੀ ਦੇ ਵਿੱਚ ਵਿਭਿੰਨਤਾ ਲਿਆਓ, ਕਣਕ ਤੇ ਝੋਨੇ ਤੋਂ ਏਰੀਆ ਘਟਾਓ। ਲੇਕਿਨ ਪੰਜਾਬ ਗਵਰਨਮੈਂਟ ਜਿਹੜੀ ਹੈ ਉਹ ਪਿਛਲੇ 15-20 ਸਾਲ ਤੋਂ ਇੱਕ ਡਾਰਕਨੈਸ ਵਿੱਚ ਘੁੰਮ ਰਹੀ ਹੈ। ਕੋਸ਼ਿਸ਼ ਕਰ ਰਹੀ ਹੈ ਕਿ ਕੁਝ ਕਰੀਏ, ਲੇਕਿਨ ਕਰ ਨਹੀਂ ਪਾ ਰਹੇ। ਨੀਤੀ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਪੋਲੀਟੀਕਲ ਵਿਲ ਨਹੀਂ ਸੀ ਕਿ ਅਸੀਂ ਜਿਹੜੀਆਂ ਐਗਰੀਕਲਚਰ ਪਾਲਿਸੀ ਸਾਨੂੰ ਡਿਜ਼ਾਈਨ ਬਣਾ ਕੇ ਕਮਿਸ਼ਨ ਦੇ ਰਹੇ ਨੇ, ਜਾਂ ਕਮੇਟੀ ਸਾਡੇ ਅਫੀਸ਼ੀਅਲ ਕਮਿਸ਼ਨ ਨੇ, ਜਿਵੇਂ ਕਾਲਕਟ ਸਾਹਿਬ ਜਿਹੜੇ ਨੇ ਐਗਰੀਕਲਚਰ ਫਾਰਮਰ ਕਮਿਸ਼ਨ ਦੇ ਚੇਅਰਮੈਨ ਸੀਗੇ, ਅਜੇ ਵੀਰ ਜਾਖੜ ਵੀ ਐਗਰੀਕਲਚਰ ਫਾਰਮਰ ਐਂਡ ਖੇਤੀ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਸੀ। ਉਹਨਾਂ ਨੇ ਜਿਹੜੀ ਪਾਲਿਸੀ ਬਣਾਈ, ਜਿਸ 'ਚ ਡਿਸਕਸ਼ਨ 'ਚ ਮੈਂ ਵੀ ਪਾਰਟਿਸਿਪੇਟ ਕੀਤਾ ਸੀਗਾ, ਉਹ ਕਾਫੀ ਠੀਕ ਠਾਕ ਸੀਗੀ, ਲੇਕਿਨ ਉਹਨਾਂ ਨੂੰ ਕੈਬਨਿਟ 'ਚ ਵੀ ਪੇਸ਼ ਨਹੀਂ ਕੀਤਾ ਉਸ ਵਕਤ ਦੀਆਂ ਸਰਕਾਰਾਂ ਨੇ। ਪਹਿਲਾਂ ਬਾਦਲ ਸਰਕਾਰ ਨੇ ਪੇਸ਼ ਕੀਤਾ, ਫਿਰ ਅਮਰਿੰਦਰ ਸਿੰਘ ਉਹਨਾਂ ਨੇ ਪੇਸ਼ ਕੀਤਾ। ਤੇ ਇਸ ਕਰਕੇ ਮੈਂ ਸਮਝਦਾ ਕਿ ਇੱਕ ਅਡਹਾਕਿਜ਼ਮ ਜਿਹੜਾ ਸੀਗਾ, ਠੀਕ ਕਿਸਮ ਦੀ ਨੀਤੀ ਬਣਾਉਣ ਤੋਂ ਬਗੈਰ ਹੀ ਕੰਮ ਟਪਾਊ ਨੀਤੀ ਜਿਹੜੀ ਆ, ਡੰਗ ਟਪਾਊ ਨੀਤੀ ਜਿਹੜੀ ਆ, ਉਹ ਚਲਾਈ ਜਾ ਰਹੇ ਸੀਗੇ। ਤੇ ਇਹ ਡੰਗ ਟਪਾਊ ਜਿਹੜੀ ਨੀਤੀ ਹੁੰਦੀ ਆ, ਇਹਦੇ ਨੁਕਸਾਨ ਜ਼ਿਆਦਾ ਹੁੰਦੇ ਨੇ, ਫਾਇਦੇ ਬਹੁਤ ਘੱਟ ਹੁੰਦੇ ਨੇ, ਕਿਉਂਕਿ ਇਹਦੇ 'ਚ ਜਿਹੜਾ ਤੁਸੀਂ ਨਾ ਤਾਂ ਠੀਕ ਤਰ੍ਹਾਂ ਸੋਚਦੇ ਜੇ, ਨਾ ਠੀਕ ਤਰ੍ਹਾਂ ਐਕਟ ਕਰਦੇ ਜੇ। ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹਨਾਂ ਨੇ 2004-05 ਦੀ ਖੇਤੀ ਡਿਵਰਸੀਫਿਕੇਸ਼ਨ ਦੀ ਸਕੀਮ ਨੂੰ ਲਾਗੂ ਕਰਨ ਵਿੱਚ ਫੇਲ ਹੋ ਗਏ, ਤੇ ਚੁੱਪ ਚਪੀਤੇ ਇਹਨੂੰ ਬੰਦ ਕਰ ਦਿੱਤਾ। ਲੇਕਿਨ ਇਹਦੇ ਵਾਸਤੇ ਕਿਸੇ ਕਿਸਮ ਦਾ ਕੋਈ ਰਿਵਿਊ, ਕੋਈ ਇੰਟਰਨਲ ਸਟੱਡੀ ਕਿ ਅਸੀਂ ਫੇਲ ਕਿਉਂ ਹੋਏ। ਜਿਹੜੀ ਸਾਡੀ ਮੁਸ਼ਕਲ ਹੈ ਉਹ ਹੈ ਕਿ ਅਸੀਂ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ, ਵਿਚਾਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹ ਜਿਹੜੀ ਪਾਲਿਸੀ ਅਸੀਂ ਲਾਗੂ ਕੀਤੀ ਸੀਗੀ, ਇਹ 'ਚ ਅਸੀਂ ਫੇਲ ਕਿਉਂ ਹੋਏ ਆ, ਇਹ 'ਚ ਦੋਸ਼ੀ ਕੌਣ ਨੇ। ਇਹ ਜੇ ਅਸੀਂ ਉਸ ਦੀ ਇਵੈਲੂਏਸ਼ਨ ਠੀਕ ਤਰ੍ਹਾਂ ਕਰ ਲੈਂਦੇ ਤੇ ਸਾਨੂੰ ਮੁਸ਼ਕਲਾਂ ਵੀ ਪਤਾ ਲੱਗ ਜਾਂਦੀਆਂ, ਤੇ ਉਹਨਾਂ ਮੁਸ਼ਕਲਾਂ ਨੂੰ ਜੇ ਅਸੀਂ ਦੂਰ ਕਰ ਲੈਂਦੇ ਤੇ ਕਾਫੀ ਕੰਮ ਠੀਕ ਹੋ ਜਾਣਾ ਸੀਗਾ। ਜਿਵੇਂ ਇਹਨਾਂ ਦਿਨਾਂ 'ਚ ਕਾਫੀ ਚਰਚਾ ਦਾ ਵਿਸ਼ਾ ਹੈ ਕਿ ਜਿਹੜੇ ਸਰਕਾਰੀ ਅਦਾਰੇ, ਖਾਸ ਕਰਕੇ ਗੰਨਾ ਦੀਆਂ ਮਿੱਲਾਂ ਨੇ, ਉਹਨਾਂ ਨੇ ਕਿਸਾਨਾਂ ਤੋਂ ਗੰਨਾ ਖਰੀਦ ਲਿਆ, ਪ੍ਰੀ ਡਿਟਰਮਿਨਡ ਪ੍ਰਾਈਸ ਤੇ ਖਰੀਦਿਆ। ਸਰਕਾਰ ਨੇ ਕੀਮਤ ਨਿਰਧਾਰਿਤ ਕੀਤੀ ਸੀ, ਫਿਰ 5-5 ਸਾਲ ਉਹਨਾਂ ਨੇ ਪੇਮੈਂਟ ਨਹੀਂ ਕੀਤੀ। ਤੇ ਕੋਈ ਸਰਕਾਰੀ ਅਫਸਰ, ਕੋਈ ਪੋਲੀਟੀਕਲ ਪਾਰਟੀ, ਭਾਵੇਂ ਯੂਪੀ ਸਰਕਾਰ ਹੋਵੇ, ਭਾਵੇਂ ਹਰਿਆਣਾ ਸਰਕਾਰ ਹੋਵੇ, ਪੰਜਾਬ ਸਰਕਾਰ ਹੋਵੇ, ਉਹ ਕਿਸਾਨਾਂ ਨੂੰ ਉਹਨਾਂ ਦੇ ਜਿਹੜੇ ਕੀਮਤ ਹੈ ਗੰਨਾ ਸਪਲਾਈ ਕੀਤਾ ਉਹ ਦੇ ਨਹੀਂ ਸਕੇ। ਜੇ ਕਿਸਾਨ ਆਪਣੀ ਪੇਮੈਂਟ ਦੀ ਬੈਂਕ ਨੂੰ ਕਰਦਾ ਤੇ ਉਹਦੇ ਤੇ ਕਰਜ਼ਾ, ਵਿਆਜ ਲੱਗਦਾ, ਵਿਆਜ ਤੋਂ ਬਾਅਦ ਉਹਦੇ ਤੇ ਜੁਰਮਾਨਾ ਪੈਂਦਾ, ਲੇਕਿਨ ਇਹਨਾਂ ਮਿੱਲਾਂ ਨੂੰ ਕਿਸੇ ਨੇ ਜੁਰਮਾਨਾ ਨਹੀਂ ਲਾਇਆ। ਇਹਦਾ ਮਤਲਬ ਹੈ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਕਿਸਾਨ ਪੱਖੀ ਨਹੀਂ ਹੈ, ਉਹ ਕਾਰਪੋਰੇਟ ਸੈਕਟਰ ਪੱਖੀ ਨੇ, ਤੇ ਉਹ ਕੰਪਨੀਆਂ ਨੂੰ ਬਚਾਉਣ 'ਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਨੇ, ਕਿਸਾਨਾਂ ਨੂੰ ਬਚਾਉਣ ਵਿੱਚ ਉਹਨਾਂ ਦੀ ਦਿਲਚਸਪੀ ਨਹੀਂ ਹੈ। ਇਸੇ 'ਚੋਂ ਅਡਹਾਕਿਜ਼ਮ ਜਿਹੜਾ ਹੈ ਨਾ ਪਾਲਿਸੀ ਦਾ, ਉਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਜਿਹੜੀਆਂ ਲੋਕ ਲੁਭਾਊ ਨਾਅਰੇ ਦੇਣੇ ਚਾਹੁੰਦੇ ਨੇ, ਉਹਨਾਂ ਨੂੰ ਇਹ ਜ਼ਿਆਦਾ ਗੱਲ ਸੂਟ ਕਰਦੀ ਹੈ। ਸਰ, ਇਹ ਖੇਤੀਬਾੜੀ ਪਾਲਿਸੀ ਦੇ ਉੱਤੇ ਵੀ
ਤੁਹਾਨੂੰ ਲੱਗਦਾ ਹੈ ਕਿ ਖਾਸ ਸੈਸ਼ਨ ਸੱਦਿਆ ਜਾਏਗਾ ਵਿਧਾਨ ਸਭਾ ਦਾ ਔਰ ਇੱਕ ਲੰਬੀ ਬਹਿਸ ਕੀਤੀ ਜਾਏਗੀ ਸਰ? ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਕਮੇਟੀ ਨੇ ਰਿਪੋਰਟ ਦੇਣੀ ਆ 30 ਆਪਣਾ ਜੂਨ ਨੂੰ, ਜਾਂ ਜੇ ਉਹਨਾਂ ਨੇ ਹੋਰ ਸਮਾਂ ਮੰਗ ਲਿਆ, ਇਹ ਰਿਪੋਰਟ ਜਿਹੜੀ ਆ ਪਹਿਲਾਂ ਕੈਬਨਿਟ ਜਾਏਗੀ। ਕੈਬਨਿਟ ਉਹਨੂੰ ਡਿਸਕਸ ਕਰਕੇ ਉਸ ਤੋਂ ਬਾਅਦ ਵਿਧਾਨ ਸਭਾ 'ਚ ਲਿਜਾ ਸਕਦੀ ਹੈ ਔਰ ਉਹਨੂੰ ਫਰਦਰ ਡਿਸਕਸ਼ਨ ਕਰਕੇ ਕੋਈ ਮੋਡੀਫਿਕੇਸ਼ਨ ਕਰਨੀ ਆ ਤੇ ਕਰਕੇ ਲਾਗੂ ਕਰ ਸਕਦੀ ਹੈ। ਪ੍ਰੋਸੀਜਰ ਤਾਂ ਇਹੀ ਹੋਣਾ ਚਾਹੀਦਾ। ਲੇਕਿਨ ਦੇਖੋ ਇਹ ਸਰਕਾਰ ਕੀ ਕਰਦੀ ਹੈ, ਕਿਉਂਕਿ ਇਹ ਸਰਕਾਰ ਦੀ ਮਰਜ਼ੀ ਹੈ ਕਿ ਪਾਲਿਸੀ ਲੈ ਕੇ ਉਸ ਤੋਂ ਬਾਅਦ ਉਹਦੇ ਤੇ ਬੈਠੀ ਰਹਿ ਸਕਦੀ ਹੈ, ਜਾਂ ਕੈਬਨਿਟ 'ਚ ਅਪਰੂਵਲ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ 6 ਮਹੀਨਿਆਂ ਨੂੰ ਹੁੰਦਾ, ਦਸੰਬਰ 'ਚ ਹੋਏਗਾ, ਉਦੋਂ ਇਹਦੇ ਤੇ ਕੋਈ ਫੈਸਲਾ ਲੈਣ ਦੀ ਕੋਸ਼ਿਸ਼ ਕਰਦੀ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ, ਪਰ ਉਦੋਂ ਨੂੰ ਦਸੰਬਰ ਦੇ ਵਿੱਚ ਜਿਹੜੀ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਜਾਣਾ ਹੈ, ਤੇ ਉਦੋਂ ਪਤਾ ਨਹੀਂ ਇਹ ਕਿਸ ਤਰ੍ਹਾਂ ਦੇ ਫੈਸਲੇ ਲੈਂਦੇ ਨੇ। ਇਹ ਤੁਹਾਡੀ ਤਾਂ ਥਿਊਰੀ ਸਹੀ ਲੱਗਦੀ ਹੈ ਜੀ ਕਿ ਟਾਈਮ ਟਪਾਉਣ ਵਾਲੀ ਗੱਲ ਵੀ ਹੋ ਸਕਦੀ ਹੈ ਜੀ। ਹਾਂ ਹਾਂ ਜੀ ਸਰ, ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਇਹ ਵੀ ਪੁੱਛਣ ਨੂੰ ਦਿਲ ਕਰ ਰਿਹਾ ਹੈ ਕਿ ਤੁਹਾਡੇ ਸਾਹਮਣੇ, ਵੈਸੇ ਖੇਤੀਬਾੜੀ ਤਾਂ ਸਟੇਟ ਸਬਜੈਕਟ ਦੇ ਵਿੱਚ ਆਉਂਦਾ ਜੀ, ਖੇਤੀ ਨੀਤੀ ਸਟੇਟਸ ਨੇ ਬਣਾਉਣੀ ਹੈ, ਪਰ ਕੇਂਦਰ ਦੀ ਜਿਹੜੀ ਕੋਈ ਪਾਲਿਸੀ ਹੈ ਖੇਤੀ ਦੇ ਟੁਆਰਡ, ਕਿ ਉਹਦੇ ਵਿੱਚ ਵੀ ਕੋਈ ਬਦਲਾਅ, ਵੱਡੇ ਬਦਲਾਅ ਆਉਣ ਦੀ ਜ਼ਰੂਰਤ ਹੈ, ਕਰਨ ਦੀ ਜ਼ਰੂਰਤ ਹੈ ਸਰ? ਦੇਖੋ, ਜਿਹੜਾ ਖੇਤੀਬਾੜੀ ਆ ਜਾਂ ਖੇਤੀਬਾੜੀ ਨਾਲ ਸੰਬੰਧਿਤ ਧੰਦੇ ਨੇ, ਜਿਵੇਂ ਬਾਗਬਾਨੀ ਆ ਜਾਂ ਕੁਝ ਆਪਣਾ ਐਨੀਮਲ ਹਸਬੈਂਡਰੀ ਆ, ਇਹ ਸਾਰੇ ਸਟੇਟ ਦੇ ਸਬਜੈਕਟ ਨੇ। ਇਹਨਾਂ ਤੇ ਕਿਹੜਾ ਟੈਕਸ ਲਾਉਣਾ ਹੈ, ਇਹਨਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਨੇ ਫੈਸਲੇ ਲੈਣੇ ਨੇ, ਇਹ ਸੂਬੇ ਦਾ ਅਧਿਕਾਰ ਹੈ। ਲੇਕਿਨ ਸੈਂਟਰ ਗਵਰਨਮੈਂਟ ਨੇ ਮਿਨਿਸਟਰੀ ਆਫ ਐਗਰੀਕਲਚਰ ਬਣਾ ਰੱਖੀ ਹੈ। ਹੁਣ ਤੱਕ ਕੋਆਪਰੇਸ਼ਨ ਵੀ ਉਹਨਾਂ ਨੇ ਇਹਦੇ ਨਾਲ ਜੋੜ ਲਿਆ ਹੈਗਾ। ਤੇ ਇਸ ਕਰਕੇ ਮੈਂ ਸਮਝਦਾ ਕਿ ਜਿਹੜੀਆਂ ਸਟੇਟ ਦੀਆਂ ਨੀਤੀਆਂ ਨੇ, ਸੈਂਟਰ ਗਵਰਨਮੈਂਟ ਨੂੰ ਉਹਨੂੰ ਕੰਪਲੀਮੈਂਟ ਕਰਨਾ ਚਾਹੀਦਾ, ਸਪੋਰਟ ਕਰਨਾ ਚਾਹੀਦਾ। ਕਿ ਜਿਸ ਤਰ੍ਹਾਂ ਜੇ ਲੱਗਦਾ ਕਿ ਖੇਤੀ ਵਿਭਿੰਨਤਾ ਇਸ ਵਕਤ ਚਾਹੀਦੀ ਹੈ ਮੁਲਕ ਦੇ ਵਿੱਚ, ਤਾਂ ਸੈਂਟਰ ਗਵਰਨਮੈਂਟ ਨੂੰ ਜਿੱਥੇ ਜਿੱਥੇ ਕੋਈ ਇਸ ਕਿਸਮ ਦੀ ਕੋਸ਼ਿਸ਼ ਹੁੰਦੀ ਆ ਜਾਂ ਪ੍ਰੋਗਰਾਮ ਬਣਦੇ ਨੇ, ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ। ਪਰ ਜਿਹੜਾ ਅੱਜ ਕੱਲ੍ਹ ਵਰਤਾਰਾ ਹੈ ਕਿ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਤਾਂ ਸਟੇਟਾਂ ਨੂੰ ਤੰਗ ਕਰਨ ਤੇ ਲੱਗੀ ਹੈ। ਜਿਵੇਂ ਇਹਨਾਂ ਨੇ ਪੰਜਾਬ ਦਾ ਜਿਹੜਾ RDF ਹੈ ਉਹ ਰੋਕਤਾ ਜਾਂ ਬੰਦ ਕਰਤਾ। ਇਸੇ ਤਰ੍ਹਾਂ ਮੰਡੀ ਫੀਸ ਜਿਹੜੀ ਆ 3% ਤੋਂ ਘਟਾ ਕੇ 2% ਕਰਤੀ। ਇਹ ਸੈਂਟਰ ਗਵਰਨਮੈਂਟ ਕਰ ਨਹੀਂ ਸਕਦਾ, ਕੰਸਟੀਟਿਊਸ਼ਨਲੀ ਲੀਗਲ ਕਰ ਨਹੀਂ ਸਕਦਾ। ਮੰਡੀ ਫੀਸ ਕਿੰਨੀ ਲੈਣੀ ਆ, RDF ਕਿੰਨਾ ਚਾਰਜ ਕਰਨਾ, ਇਹ ਪੰਜਾਬ ਸਰਕਾਰ, ਕੋਈ ਸੂਬਾ ਸਰਕਾਰ ਨਿਰਧਾਰਿਤ ਕਰੇਗੀ। ਲੇਕਿਨ ਕੇਂਦਰ ਜਿਹੜਾ ਹੈ ਜਾਣ ਬੁੱਝ ਕੇ ਦਖਲ ਅੰਦਾਜ਼ੀ ਇਹੋ ਜਿਹੀ ਦੇ ਕੇ ਕੰਮ ਕਰਦਾ ਹੈ। ਤੋ ਜੇ ਖੇਤੀ ਦੇ ਵਿੱਚ ਕੋਈ ਚੰਗੇ ਕਿਸਮ ਦੇ ਨਤੀਜੇ ਕੱਢਣੇ ਆ, ਤਾਂ ਸੂਬਾ ਸਰਕਾਰਾਂ ਨੂੰ ਤੇ ਕੇਂਦਰ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਪਏਗਾ। ਇੱਕ ਦੂਜੇ ਦੇ ਉਲਟ ਨਹੀਂ ਆਪਰੇਟ ਕਰਨਾ ਚਾਹੀਦਾ, ਇੱਕ ਦੂਜੇ ਦੇ ਸਹਾਇਕ ਬਣ ਕੇ ਕੰਮ ਕਰਨਾ ਚਾਹੀਦਾ। ਤਾਂ ਹੀ ਫੈਡਰਲਿਜ਼ਮ ਠੀਕ ਕੰਮ ਕਰੇਗਾ, ਤੇ ਤਾਂ ਹੀ ਜਿਹੜੀ ਖੇਤੀਬਾੜੀ ਦੇ ਵਿੱਚ ਅਸੀਂ ਜੇ ਕਿਸਾਨੀ ਨੂੰ ਕੋਈ ਬੈਨੀਫਿਟ ਦੇਣਾ ਚਾਹੁੰਦੇ ਆ, ਉਹਨਾਂ ਦੀ ਆਮਦਨ ਵਧਾਉਣੀ ਚਾਹੁੰਦੇ ਆ, ਕਿਸਾਨਾਂ ਦੀਆਂ ਆਤਮ ਹੱਤਿਆਵਾਂ, ਖੇਤ ਮਜ਼ਦੂਰਾਂ ਦੀਆਂ ਆਤਮ ਹੱਤਿਆਵਾਂ ਖਤਮ ਕਰਨਾ ਚਾਹੁੰਦੇ ਆ, ਤੇ ਰਲ ਕੇ ਕੰਮ ਕਰਨਾ ਪਏਗਾ। ਨਾਲ ਕਿਸਾਨ ਜਥੇਬੰਦੀਆਂ ਨੂੰ ਆਪਣੇ ਸਮਝ ਦਾ ਹਿੱਸਾ ਬਣਾਉਣਾ ਪਏਗਾ। ਇਹ ਨਹੀਂ ਹੋ ਸਕਦਾ ਕਿ ਕਿਸਾਨਾਂ ਨੂੰ ਜੋ ਮਨਜ਼ੂਰ ਨਹੀਂ ਹੈ ਉਹ ਤੁਸੀਂ ਜ਼ਬਰਦਸਤੀ ਲਾਗੂ ਕਰੋ, ਤਾਂ ਇਹ ਲਾਗੂ ਹੋ ਨਹੀਂ ਸਕਦਾ। ਕਿਸਾਨਾਂ ਦੇ ਵਿੱਚੋਂ ਕਈ ਵਾਰੀ ਏਦਾਂ ਦੀਆਂ ਗੱਲਾਂ ਵੀ ਉੱਠਦੀਆਂ ਨੇ ਕਿ ਅਸੀਂ ਸਿੱਧੀ ਆਪਣੀ ਫਸਲ ਬਾਹਰ ਵੇਚ ਲਾਂਗੇ। ਸਰ, ਏਦਾਂ ਦੀ ਕੋਈ ਚੀਜ਼ ਮੁਮਕਿਨ ਹੈਗੀ? ਇਸ ਵਕਤ ਜਿਹੜਾ ਇੰਪੋਰਟ ਐਕਸਪੋਰਟ ਦਾ ਕੰਮ ਹੈ, ਇਹ ਸੈਂਟਰ ਦਾ ਸਬਜੈਕਟ ਹੈ। ਤੁਸੀਂ ਦੇਖਿਆ ਹੋਣਾ ਕਿ ਪਿਛਲੇ ਯੂਕਰੇਨ ਦਾ ਯੁੱਧ ਲੱਗਣ ਤੋਂ ਬਾਅਦ ਇਹ ਲੱਗਿਆ ਕਿ ਅਨਾਜ ਦੀਆਂ ਕੀਮਤਾਂ ਬਾਹਰ ਵੱਧ ਸਕਦੀਆਂ ਨੇ, ਤੇ ਹਿੰਦੁਸਤਾਨ ਦੀ ਗਵਰਨਮੈਂਟ ਨੇ ਫੈਸਲਾ ਕਰਤਾ ਕਿ ਐਕਸਪੋਰਟ ਤੇ ਅਸੀਂ ਰੋਕ ਲਾ ਦਿੰਦੇ ਹਾਂ, ਰੋਕ ਲਾ ਦਿੱਤੀ। ਤਾਂ ਇਹ ਜਿਹੜਾ ਇਸ ਕਿਸਮ ਦਾ ਫੈਸਲਾ ਹੈ, ਉਹ ਜਿਹੜੇ ਕਿਸਾਨ ਬਾਹਰ ਮਾਲ ਵੇਚਣਾ ਚਾਹੁੰਦੇ ਨੇ ਉਹ ਨਹੀਂ ਵੇਚ ਸਕਦੇ, ਕਿਉਂਕਿ ਇਹ ਫੈਸਲੇ ਜਿਹੜੇ ਨੇ ਇਹ ਕੇਂਦਰ ਸਰਕਾਰ ਕਰਦੀ ਹੈ। ਤਾਂ ਹੀ ਤਾਂ ਮੈਂ ਕਹਿੰਦਾ ਕਿ ਸੂਬਾ ਸਰਕਾਰਾਂ ਨੂੰ ਤੇ ਕੇਂਦਰ ਸਰਕਾਰਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਹੁਣ ਪੰਜਾਬ ਦੇ ਵਿੱਚ ਅਨਾਜ ਬਹੁਤ ਹੈ, ਗੁਆਂਢੀ ਦੇਸ਼ ਦੇ ਵਿੱਚ ਪਾਕਿਸਤਾਨ ਦੇ ਵਿੱਚ ਅਨਾਜ ਦੀ ਬਹੁਤ ਕਿੱਲਤ ਹੈ, ਉੱਥੇ ਲੋਕਾਂ ਨੂੰ ਖਾਣ ਨੂੰ ਅਨਾਜ ਨਹੀਂ ਮਿਲ ਰਿਹਾ। ਤੇ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਤਾਂ ਟਰੱਕ ਇੱਕ ਦਿਨ ਦੇ ਵਿੱਚ ਲਾਹੌਰ ਪਹੁੰਚ ਜਾਂਦਾ ਹੈ, ਲੇਕਿਨ ਕੇਂਦਰ ਗਵਰਨਮੈਂਟ ਜਿਹੜੀ ਹੈ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਹੀ। ਸੋ ਇਸ ਕਰਕੇ ਇਹ ਜਿਹੜੀ ਇਸ ਤਰ੍ਹਾਂ ਦੀ ਕਨਫਰੰਟੇਸ਼ਨ ਹੈ ਜਾਂ ਇਸ ਕਿਸਮ ਦੀਆਂ ਨੀਤੀਆਂ ਨੇ, ਉਹ ਕਾਫੀ ਨੁਕਸਾਨ ਕਰ ਦਿੰਦੀਆਂ ਨੇ। ਕਿ ਜੇ ਪੰਜਾਬ ਤੋਂ ਕਣਕ ਜਾਂ ਝੋਨਾ ਜਾਂ ਸਬਜ਼ੀਆਂ ਪਾਕਿਸਤਾਨ ਵਿੱਚ ਜਾਣ ਦਿੱਤੀਆਂ ਜਾਣ, ਤੇ ਪੰਜਾਬ ਦੇ ਕਿਸਾਨਾਂ ਨੂੰ ਚੰਗਾ ਭਾਅ ਮਿਲ ਸਕਦਾ ਹੈ। ਪੰਜਾਬ ਤੋਂ ਐਗਰੀਕਲਚਰ ਮਸ਼ੀਨਰੀ ਉੱਧਰ ਕਾਫੀ ਜਾ ਸਕਦੀ ਹੈ, ਲੇਕਿਨ ਸੈਂਟਰ ਗਵਰਨਮੈਂਟ ਨੇ
ਵਾਹਗਾ ਬਾਰਡਰ ਬੰਦ ਕਰ ਰੱਖਿਆ, ਜੰਮੂ ਕਸ਼ਮੀਰ ਤੋਂ ਵੀ ਬਾਰਡਰ ਬੰਦ ਕਰ ਰੱਖਿਆ, ਟ੍ਰੇਡ ਹੀ ਬੰਦ ਕਰ ਰੱਖਿਆ। ਲੇਕਿਨ ਇਹ ਟ੍ਰੇਡ ਜਿਹੜਾ ਹੈ ਗੁਜਰਾਤ ਤੋਂ ਔਰ ਮੁੰਬਈ ਤੋਂ ਕਰਾਚੀ ਜੀ। ਰਾਹੀਂ ਹੋ ਵੀ ਰਿਹਾ ਹੈਗਾ ਜਾਂ ਥਰਡ ਕੰਟਰੀ ਰਾਹੀਂ ਟ੍ਰੇਡ ਹੋ ਰਿਹਾ ਹੈ। ਤੋ ਇਸ ਕਿਸਮ ਦੀਆਂ ਜਿਹੜੀਆਂ ਮਿਸਅੰਡਰਸਟੈਂਡਿੰਗ ਨੇ ਸੈਂਟਰ ਗਵਰਨਮੈਂਟ ਦੇ ਵਿੱਚ ਤੇ ਸਟੇਟ ਗਵਰਨਮੈਂਟਾਂ ਦੇ ਵਿੱਚ, ਉਹ ਕਿਸਾਨੀ ਦਾ ਕਾਫੀ ਨੁਕਸਾਨ ਕਰ ਦਿੰਦੀਆਂ ਨੇ। ਜੀ ਸਰ, ਗਿੱਲ ਸਾਹਿਬ ਤੁਸੀਂ ਇਹ ਵਿਚਾਰ, ਇਹ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕੀਤਾ ਕਿ ਪਹਿਲਾਂ ਵੀ ਕਿਵੇਂ ਇਹ ਪ੍ਰਾਈਵੇਟ ਕੰਪਨੀਆਂ ਵਾਲਾ ਐਕਸਪੈਰੀਮੈਂਟ ਫੇਲ ਹੋ ਚੁੱਕਾ ਹੈ। ਸੋ ਹੁਣ ਅੱਗੇ ਦੇਖਣਾ ਹੋਏਗਾ ਇਹਦੇ ਚੋਂ ਕੀ ਨਿਕਲਦਾ ਹੈ ਸਰ, ਇਸ ਸਲਾਹਾਂ ਦੇ ਵਿੱਚੋਂ, ਇਹ ਸੁਝਾਵਾਂ ਦੇ ਵਿੱਚੋਂ। ਫਿਰ ਤੁਹਾਡੇ ਵੱਲ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਵਿਚਾਰ ਸਾਨੂੰ ਦਿਓ, ਪਰ ਅੱਜ ਦੇ ਲਈ, ਅੱਜ ਦੇ ਇਸ ਵਕਤ ਦੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਜੀ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਮਨਵੀਰ।